ਤੁਹਾਡੇ ਤੇ ਇੱਕ ਮਰਡਰ ਹੈ। ਮੈਂ ਕਹਿੰਦਾ ਇੱਕ ਨਹੀਂ ਜੀ, ਦੋ ਆ, ਕਿਉਂਕਿ ਮੇਰੀ ਆਦਤ ਹੈ ਕਿ ਮੈਂ ਜਿਹੜੀ ਗੱਲ ਹੈ ਉਹ ਕਦੀ ਲੁਕਾਉਂਦਾ ਨਹੀਂ। 48 ਤੋਂ ਵੱਧ ਮੁਕੱਦਮੇ ਤੁਹਾਡੇ ਤੇ ਅਪਰਾਧਕ ਨੇ। ਇਹ ਸਾਰੀਆਂ ਚੀਜ਼ਾਂ ਕਿਤੇ ਕਿਤੇ ਤੰਗ ਕਰਦੀਆਂ। ਹੁਣ ਤੁਸੀਂ ਰਾਜਨੀਤੀ 'ਚ ਆਏ, ਕਿਉਂਕਿ ਤੁਸੀਂ ਦੱਸਦੇ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਜਾਂ ਵੱਡੇ ਵੱਡੇ ਲੀਡਰ ਤੁਹਾਨੂੰ ਫੋਨ ਕਰਦੇ ਰਹੇ ਨੇ ਜੇਲ੍ਹਾਂ ਅੰਦਰ। ਬਿਲਕੁਲ ਬਿਲਕੁਲ, ਸਾਰੇ ਕੋਈ ਐਵੇਂ ਦਾ ਲੀਡਰ ਨਹੀਂ ਹੋਊਗਾ ਕਿ ਜਿਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਹੋਊਗੀ। ਜੇ ਮੈਂ ਨਾਂ ਲੈਣ 'ਤੇ ਆਵਾਂ ਤਾਂ ਮਤਲਬ ਲਗਭਗ ਮਾਝੇ ਸਾਰਿਆਂ 'ਤੇ ਲੈ ਸਕਦਾ। ਵਿਕਰਮ ਮਜੀਠੀਆ ਉਹਨਾਂ ਨਾਲ ਤੁਹਾਡੀ ਕਿਵੇਂ ਵੱਡੀ ਵਾਰਦਾਤ ਆ ਜਿਹੜੀ ਪੁਲਿਸ ਕੋਲ ਸੋਲਵ ਨਹੀਂ ਹੁੰਦੀ, ਉਹ ਕਿਸੇ ਹੋਰ 'ਤੇ ਪਾਤੀ ਜਾਂਦੀ, ਜਿਵੇਂ ਤੁਸੀਂ ਦੱਸ ਰਹੇ। ਜਿਵੇਂ ਲੀਡਰ ਦੱਸਦੇ ਆ ਕਿ ਤੂੰ ਸਾਡਾ ਪਰਿਵਾਰ ਆ, ਜੇ ਮੇਰੇ ਦੋ ਮੁੰਡੇ ਤੀਜਾ ਤੂੰ ਆ, ਐਵੇਂ ਦੀਆਂ ਬੜੀਆਂ ਗੱਲਾਂ ਕਰਦੇ ਲੀਡਰ। ਅਤੇ ਪਰ ਜਦੋਂ ਸਾਡੇ 'ਤੇ ਕੋਈ ਪਰੇਸ਼ਾਨੀ ਪੈਂਦੀ ਆ, ਉਦੋਂ ਫਿਰ ਉਹਨਾਂ ਦੇ ਜਿਹੜਾ ਅਸਲੀ ਰੂਪ ਦਾ ਪਤਾ ਲੱਗਦਾ ਕਿ ਮਤਲਬ ਇਹ ਕੀ ਆ। ਫਿਰ ਜਿਹੜੀਆਂ ਤੁਹਾਡੀਆਂ ਕੁੰਡੀਆਂ ਹੁੰਦੀਆਂ ਉਹਨਾਂ ਨੂੰ ਪਰਚਿਆਂ ਦੇ ਰੂਪ 'ਚ ਬਦਲ ਦਿੱਤਾ ਜਾਂਦਾ ਦਿਨਾਂ ਦੇ ਵਿੱਚ। ਖਿਡਾਰੀ ਪਲੇਅਰ ਤਕੜਾ, ਝੋਟਾ ਆ ਓਪੀ ਸੋਨੀ ਉਪ ਮੁੱਖ ਮੰਤਰੀ ਰਿਹਾ। ਕਿ ਵੱਡਾ ਲੀਡਰ ਹੈ, ਮੈਂ ਇਹਦੇ ਖਿਲਾਫ ਕੋਈ ਗੱਲ ਕਰੂੰਗਾ ਤਾਂ ਪਤਾ ਨਹੀਂ ਕੀ ਕਰਵਾ ਦੂਗਾ, ਕਿਉਂਕਿ ਲੀਡਰਾਂ ਕੋਲ ਤਾਂ ਫਿਰ ਸਾਰਾ ਕੁਛ ਹੀ ਆ। ਪੁਲਿਸ ਵੀ ਉਹਨਾਂ ਦੇ ਅਤੇ ਗੁੰਡੇ ਵੀ ਉਹਨਾਂ ਦੇ ਪਾਵਰ 'ਚ ਨੇ, ਡਿਪਟੀ CM ਨੇ। ਪਰ ਮੈਨੂੰ ਫਿਰ ਵੀ ਪਤਾ ਕਿ ਮੇਰਾ ਝੰਡਾ ਕਿਤੇ ਲੱਗੇ, ਚਾਹੇ ਬੋਰਡ ਕਿਤੇ ਲੱਗੇ ਚਾਹੇ ਨਾ ਲੱਗੇ, ਵੋਟਾਂ ਦਾ ਮੈਨੂੰ ਯਕੀਨ ਹੈ ਕਿ ਵੋਟ ਮੈਨੂੰ ਪੈਣੀ, ਕਿਉਂਕਿ ਵੋਟ ਝੰਡੇ ਲਾਉਣ ਨਾਲ ਤਾਂ ਵੋਟ ਪੈਂਦੀ ਨਹੀਂ। ਪਰ ਜ਼ਰੂਰੀ ਨਹੀਂ ਕਿ ਹਰ ਥਾਂ ਬੁਲਾਰੀਆ ਸਾਹਿਬ ਵੀ ਸਹੀ ਹੋ ਸਕਦੇ, ਕਿਤੇ ਨਾ ਕਿਤੇ ਅਸੀਂ ਵੀ ਸਹੀ ਹੋ ਸਕਦੇ। ਇਸ ਕਰਕੇ ਜਿੱਥੇ ਮੈਂ ਸਹੀ ਹਾਂ ਉੱਥੇ ਮੈਨੂੰ ਸਹੀ ਕਹਿਣ, ਜਿੱਥੇ ਉਹ। ਅੱਜ ਬੁਲਾਰੀਆ ਸਾਹਿਬ ਲਈ ਤੁਸੀਂ ਬੋਲ ਰਹੇ ਹੋ, ਕਦੀ ਉਹਨਾਂ ਨੂੰ ਤੁਸੀਂ ਮੁੰਡੇ ਵੀ ਇਕੱਠੇ ਕਰਕੇ ਜਾਂ ਉਹਨਾਂ ਰੈਲੀਆਂ 'ਚ ਭੇਜਦੇ ਰਹੇ? ਕਿ ਉਹਨਾਂ ਦੀ ਵੀ ਟੱਕਰ ਬੜੀ ਜ਼ਬਰਦਸਤ ਹੋਈ ਪਈ, ਨਵਜੋਤ ਸਿੱਧੂ ਬਨਾਮ ਵਿਕਰਮ ਮਜੀਠੀਆ। ਕਿਵੇਂ ਦੇਖਦੇ ਹੋ ਤੁਸੀਂ? ਉਹ ਹਲਕੇ 'ਚ ਵੀ ਗਏ ਹੋਣਗੇ ਉਹਨਾਂ ਦੇ। ਮਤਲਬ ਸਾਰੇ ਸ਼ਹਿਰ ਦੀ ਨਿਗਾਹ ਜਿਹੜੀ ਮਤਲਬ ਉਹ ਸੀਟ 'ਤੇ ਆ, ਸ਼ਹਿਰ ਦੀ ਪੂਰੇ ਪੰਜਾਬ ਦੀ ਕਹਿ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਆ ਕਰਨ। ਅੰਮ੍ਰਿਤਸਰ ਕੇਂਦਰੀ ਸੀਟ ਵੀ ਕਾਫੀ ਦਿਲਚਸਪ ਬਣੀ ਹੋਈ ਹੈ, ਕਿਉਂਕਿ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦਾ ਇੱਕ ਮਜ਼ਬੂਤ ਦਾਅਵੇਦਾਰ ਦਲਵੀਰ ਕੌਰ ਨੇ ਤੇ ਉਹਨਾਂ ਦੇ ਬੇਟੇ ਸੋਨੂ ਕੰਗਲਾ ਸਾਡੇ ਨਾਲ ਪੂਰਾ ਜ਼ੋਰ ਲਾ ਰਹੇ। ਕਿਸੇ ਸਮੇਂ ਅਪਰਾਧ ਦੀ ਦੁਨੀਆ ਦਾ ਵੱਡਾ ਨਾਮ ਰਹੇ, ਪਰ ਸਾਰਾ ਕੁਝ ਛੱਡ ਕੇ ਇੱਕ ਜ਼ਿੰਦਗੀ ਤੇ ਵੀ ਜਿੱਤ ਪ੍ਰਾਪਤ ਕੀਤੀ ਤੇ ਮੁੱਖ ਧਾਰਾ 'ਚ ਆਏ। ਬਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਕਿਵੇਂ ਚੱਲ ਰਹੀ ਹੈ ਚੋਣ ਪ੍ਰਚਾਰ? ਬਹੁਤ ਵਧੀਆ ਚੱਲ ਰਹੀ ਚੋਣ ਪ੍ਰਚਾਰ ਜਿਹੜੀ ਆ, ਬਹੁਤ ਵਧੀਆ ਹੈ। ਮਤਲਬ ਅਸੀਂ ਜਿਵੇਂ ਜਿਵੇਂ ਲੋਕਾਂ 'ਚ ਵਿਚਰਦੇ ਆ ਅਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਰਿਆਂ ਨੂੰ। ਉਹਦੇ ਵੀ ਕਹਿੰਦੇ ਵੀ ਖਿਡਾਰੀ ਪਲੇਅਰ ਤਕੜਾ, ਝੋਟਾ ਆ ਓਪੀ ਸੋਨੀ ਉਪ ਮੁੱਖ ਮੰਤਰੀ ਰਿਹਾ। ਵੇਖੋ ਜੀ, ਮਤਲਬ ਹੈ ਤਾਂ ਉਹ ਤਕੜਾ ਹੀ ਆ, ਪਰ ਗੱਲ ਆ ਵੀ ਖੇਡਣ ਦਾ ਮਜ਼ਾ ਵੀ ਉੱਥੇ ਹੀ ਹੁੰਦਾ। ਇੱਥੇ ਅਗਲਾ ਵੀ ਤਕੜਾ, ਜਿਹੜਾ ਪਹਿਲਾਂ ਹੀ ਮਰਿਆ ਹੋਵੇ ਉਹਦੇ ਘੜੀ ਲੜਨ ਦਾ ਵੀ ਕੋਈ ਮਜ਼ਾ ਥੋੜ੍ਹੀ ਆਉਂਦਾ। ਇਸ ਕਰਕੇ ਅਸੀਂ ਵੀ ਸੀਟ ਉਹੀ ਚੁਣੀ ਆ ਕਿ ਜਿੱਥੇ ਪਤਾ ਸੀਗਾ ਕਿ ਸਾਡੀ ਫਾਈਟ ਨੇ, ਤੇ ਹੋਰ ਵੀ ਜਿੱਥੇ ਮਰਜ਼ੀ ਅਸੀਂ ਲੜ ਸਕਦੇ ਸੀਗੇ, ਪਰ ਅਸੀਂ ਵੀ ਸੀਟ ਜਿਹੜੀ ਆ ਉਹੀ ਚੁਣੀ ਆ ਕਿ ਜਿੱਥੇ ਮਤਲਬ ਜਿਹੜੀ ਗੱਲ ਆ ਥੋੜ੍ਹੀ, ਜਿਹੜਾ ਨਜ਼ਾਰਾ ਥੋੜ੍ਹਾ ਦਿਲਚਸਪ ਹੋਵੇ, ਲੋਕਾਂ ਨੂੰ ਮਤਲਬ ਮਜ਼ਾ ਵੀ ਆਏ ਕਿ ਅਸੀਂ ਕਿੱਥੇ ਖੜ੍ਹੇ ਹਾਂ। ਔਰ ਜਿਹੜੇ ਲੋਕ ਨੇ, ਜਿਹੜੀ ਸਾਡੀ ਪਬਲਿਕ ਨੇ, ਜਿਹੜਾ ਸਾਡਾ ਸਮਾਜ ਆ, ਉਹ ਬਹੁਤ ਵਧੀਆ ਸਾਡੇ ਨਾਲ ਜਿਹੜਾ ਚੱਲ ਰਿਹਾ, ਬਹੁਤ ਵਧੀਆ ਰਿਸਪੌਂਸ ਦੇ ਰਿਹਾ। ਜਿੱਥੇ ਵੀ ਜਾ ਰਹੇ ਹਾਂ, ਜੋ ਮੈਨੂੰ ਆਸ ਸੀਗੀ ਉਸ ਤੋਂ ਵੱਧ ਕੇ ਜਿਹੜਾ ਪਿਆਰ ਮਿਲ ਰਿਹਾ। ਜਿਵੇਂ ਤਾਂ ਮੈਨੂੰ ਲੱਗਦਾ ਸੀਗਾ ਕਿ ਜਿਵੇਂ ਅਖਬਾਰਾਂ ਨੇ, ਮਤਲਬ ਲੀਡਰਾਂ ਨੇ ਜੋ ਮੇਰੀ ਇੱਕ ਛਵੀ ਬਣਾਈ ਪਈ ਸੀਗੀ, ਅਤੇ ਜੋ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਉਹਦੀ ਕੋਈ ਨੈਗੇਟਿਵ ਰਿਪੋਰਟ ਜਾਂ ਨੈਗੇਟਿਵਿਟੀ ਉਹਦੀ ਮੇਰੀ ਕੋਲ ਸਾਹਮਣੇ ਆਊਗੀ, ਪਰ ਐਵੇਂ ਦਾ ਕੁਛ ਨਹੀਂ ਹੋ ਰਿਹਾ। ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਮੇਰੀ ਮਤਲਬ ਸੋਚ ਅਤੇ ਮੇਰੀ ਆਸ ਤੋਂ ਵੱਧ ਮਿਲ ਰਿਹਾ ਜੀ। ਸੋਚ ਤੇ ਆਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਹੀ ਕਿ ਲੀਡਰਾਂ ਨੇ ਜੋ ਛਵੀ ਬਣਾਈ ਸੀ ਜਾਂ ਅਖਬਾਰਾਂ ਨੇ, ਤੁਸੀਂ ਆਪਣੇ ਹਲਕੇ 'ਚ ਅਸੀਂ ਵੀ ਦੇਖਿਆ, ਰਿਸਰਚ ਕੀਤਾ, ਆਪਣੇ ਲੋਕਾਂ ਦੇ ਵੀ ਬੜੇ ਕੰਮ ਆਉਂਦੇ ਰਹੇ ਹੋ ਉਸ ਦੌਰਾਨ। ਕਿਸੇ ਨੂੰ ਕੋਈ ਮੁਸ਼ਕਿਲ ਆਵੇ ਤਾਂ ਵੀ ਤੁਸੀਂ ਕੰਮ, ਉਹ ਚੀਜ਼ਾਂ ਤੁਹਾਨੂੰ ਲੱਗਦਾ ਕਿ ਵਧੀਆ ਤੁਹਾਡੇ ਹੱਕ 'ਚ ਭੁਗਤ ਰਹੀ? ਬਿਲਕੁਲ ਬਿਲਕੁਲ, ਬਹੁਤ ਵਧੀਆ ਜੀ। ਇੱਕ ਦਿਨ ਮੈਂ ਇੱਕ ਇਲਾਕੇ 'ਚ ਗਿਆ, ਚਲੋ ਮੈਂ ਨਾਮ ਨਹੀਂ ਲੈਂਦਾ ਇਲਾਕੇ ਦਾ, ਇੱਕ ਏਰੀਆ 'ਚ ਗਿਆ ਅਤੇ ਪਿਛਲੇ ਜਦੋਂ ਕੰਪੇਨਿੰਗ ਸ਼ੁਰੂ ਹੋਈ ਆ, ਅੱਜ ਤੋਂ 15-20-25 ਦਿਨ ਪਹਿਲਾਂ ਦੀ ਗੱਲ ਆ, ਅਤੇ ਉਦੋਂ ਠੰਡ ਬਹੁਤ ਜ਼ਿਆਦਾ ਸੀਗੀ ਅਤੇ ਰਾਤ ਦਾ ਟਾਈਮ ਸੀ। ਚਲੋ ਮੈਂ ਥੋੜ੍ਹਾ ਲੇਟ ਹੋ ਗਿਆ, ਮੀਟਿੰਗਾਂ ਸ਼ਹਿਰ 'ਚ ਜ਼ਿਆਦਾ ਸੀਗੀਆਂ, ਅਤੇ ਮੈਂ ਨਿਕਲਦੇ ਮੈਨੂੰ ਟਾਈਮ ਲੱਗ ਗਿਆ। ਰਾਤੀ ਕੋਈ 9 ਵਜੇ ਦਾ ਟਾਈਮ ਹੋਣਾ, ਕਰੀਬ 9-9:30 ਵਜੇ ਦੇ ਕਰੀਬ, ਵੀ 8 ਵਜੇ ਦਾ ਟਾਈਮ ਸੀ। ਮੈਂ ਘੰਟਾ-1.5 ਘੰਟਾ ਲੇਟ ਹੋ ਗਿਆ। ਔਰ ਉੱਥੇ ਜਿਹੜੀਆਂ ਲੇਡੀਜ਼ ਸੀਗੀਆਂ, ਜਿਹੜੇ ਬਜ਼ੁਰਗ ਮਾਵਾਂ ਸੀਗੀਆਂ, ਉਹ ਖੜ੍ਹੀਆਂ ਸੀਗੀਆਂ, ਮਤਲਬ 20-25। ਅਤੇ ਜਦੋਂ ਮੈਂ ਉੱਥੇ ਗਿਆ ਅਤੇ ਜਦੋਂ ਉਹਨਾਂ ਨੂੰ ਮਿਲਿਆ ਅਤੇ ਮੈਨੂੰ ਲੱਗਾ ਕਿ ਮੈਂ ਲੇਟ ਹੋ ਗਿਆ, ਅਤੇ ਥੋੜ੍ਹਾ ਫੀਲ ਹੋਇਆ ਮੈਨੂੰ ਵੀ। ਪਰ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਵੇਖ ਲਾ, ਇੰਨਾ ਟਾਈਮ ਹੋ ਗਿਆ, ਅਸੀਂ ਠੰਡ 'ਚ ਖੜ੍ਹੀਆਂ, ਸਾਨੂੰ ਤੇਰੇ ਖੜ੍ਹਨ ਦਾ ਵਿਆਹ ਜਿੰਨਾ ਚਾਅ ਵਾ। ਐਵੇਂ ਖੜ੍ਹੀਆਂ ਸੀਗੀਆਂ, ਅਤੇ ਕਹਿੰਦੇ ਕਿ ਸਾਨੂੰ ਮਤਲਬ ਤੇਰੇ ਬਾਰੇ ਸਾਡੇ ਬੱਚੇ ਦੱਸਦੇ ਆ, ਅਤੇ ਮਤਲਬ ਜੋ ਵੀ ਤੇਰੇ ਬਾਰੇ ਦੱਸਦੇ ਸੁਣੀਦਾ, ਅਤੇ ਸਾਨੂੰ ਮਤਲਬ ਇੰਨਾ ਚਾਅ ਵਾ ਕਿ ਜਿੰਨਾ ਵਿਆਹ ਦਾ ਚਾਅ ਹੁੰਦਾ, ਉਵੇਂ ਅਸੀਂ ਰਾਤ ਦੇ ਟਾਈਮ ਖੜ੍ਹੀਆਂ ਸਾਰੀਆਂ ਕਿ ਉਹ ਕਦੋਂ ਆਊਗਾ। ਅਤੇ ਮੈਨੂੰ ਆਪਣੇ ਘਰਾਂ 'ਚ ਲੈ ਕੇ ਗਈਆਂ, ਜੋ ਉਹਨਾਂ ਕੋਲ ਬਣਦਾ ਮਾਨ ਸਨਮਾਨ ਸੀਗਾ ਮੇਰਾ ਕੀਤਾ, ਅਤੇ ਬਹੁਤ ਪਿਆਰ ਦਿੱਤਾ ਮੈਨੂੰ ਉਹਨਾਂ ਨੇ। ਹਾਂਜੀ, ਬਿਲਕੁਲ ਬਿਲਕੁਲ ਜੀ। ਜਦੋਂ ਮਤਲਬ ਇਵੇਂ ਜਦੋਂ ਚੱਲਿਆ, ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਨਹੀਂ, ਮਤਲਬ ਕਿਉਂਕਿ ਕਦੀ ਐਡੀ ਇਵੇਂ ਦੀ ਇਸ ਲਾਈਨ 'ਚ ਹੈ ਨਹੀਂ ਸੀ, ਕਿ ਮੈਨੂੰ ਲੱਗਦਾ ਸੀਗਾ ਕਿ ਬੜੀ ਵੱਡੀ ਚੁਣੌਤੀ ਆ, ਕਿ ਪਤਾ ਨਹੀਂ ਕੀ ਹੋਊਗਾ। ਪਰ ਜਿਵੇਂ ਜਿਵੇਂ ਮੈਂ ਚੱਲਣਾ ਸ਼ੁਰੂ ਕੀਤਾ ਤਾਂ ਮਤਲਬ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਉਵੇਂ ਉਵੇਂ ਐਨਰਜੀ ਜਿਹੜੀ ਆ ਉਹ ਵੱਧਦੀ ਗਈ। ਔਰ ਅੱਜ ਜਿਹੜੀ ਅਸੀਂ ਬਿਲਕੁਲ
ਜਿੱਤ ਤੇ ਖੜੇ ਆ। ਮਤਲਬ ਬੜੀ ਕਿਰਪਾ ਮਹਾਰਾਜ ਦੀ, ਹਰ ਕਿਸੇ ਦੇ ਮੂੰਹ ਤੇ, ਹਰ ਕਿਸੇ ਦੇ ਮਤਲਬ ਜ਼ੁਬਾਨ ਤੇ ਇਹੀ ਲਫ਼ਜ਼ ਆ ਕਿ ਤੁਸੀਂ ਜਿੱਤੇ ਪਏ ਹੋ। ਬਾਕੀ ਜੋ ਅਕਾਲ ਪੁਰਖ ਕਰੂਗਾ ਚੰਗਾ ਹੀ ਕਰੂਗਾ। ਸੋਨੀ ਸਾਹਿਬ ਵੱਲੋਂ ਜਾਂ ਉੱਧਰਲੀ ਧਿਰ ਵੱਲੋਂ ਫੋਨ ਨਹੀਂ ਆਉਂਦੇ? ਨਹੀਂ ਮਤਲਬ ਫੋਨ ਤਾਂ ਵੇਖੋ ਜਿਹੜੇ ਆਪਣੇ ਵਿਕਾਸ ਜੀ ਨੇ ਉਹਨਾਂ ਨਾਲ ਮਤਲਬ ਠੀਕ ਸੀਗਾ ਪਹਿਲਾਂ ਵੀ। ਮਤਲਬ ਉਹਨਾਂ ਦੇ ਕੌਂਸਲਰ ਜਿਹੜੇ ਚੋਪੜਾ ਜੀ ਉਹ ਵੀ ਕਈ ਵਾਰੀ ਮੈਨੂੰ ਮਿਲੇ, ਅਤੇ ਕਈ ਵਾਰੀ ਚਲੋ ਮੇਲ ਮਿਲਾਪ ਫੰਕਸ਼ਨਾਂ 'ਚ ਵੀ ਹੋ ਜਾਂਦੇ ਆ। ਥੋੜ੍ਹੇ ਦਿਨ ਪਹਿਲਾਂ ਇੱਕ ਫੰਕਸ਼ਨ ਸੀਗਾ ਉੱਥੇ ਵੀ ਮੈਂ ਅਤੇ ਆਪਣੇ ਵਿਕਾਸ ਸੋਨੀ ਜੀ ਮਿਲੇ, ਅਤੇ ਵਧੀਆ ਚਲੋ ਜੋ ਸੀਗਾ ਉਹਨਾਂ ਦਾ ਵੀ ਰਵੱਈਆ ਵਧੀਆ, ਮੇਲ ਮਿਲਾਪ ਵੀ ਹੁੰਦਾ। ਚਲੋ ਇੱਕ ਇਲੈਕਸ਼ਨ ਇੱਕ ਅਲੱਗਾ ਗੱਲ ਆ, ਅਤੇ ਉਵੇਂ ਜਿਹੜੀ ਆ ਉੱਦਾਂ ਜਿਹੜਾ ਮਤਲਬ ਦੁਨਿਆਵੀ ਤੌਰ ਜਿਹੜਾ ਆਪਾਂ ਮਿਲਦੇ ਹਾਂ ਉਹ ਇੱਕ ਅਲੱਗਾ ਗੱਲ ਹੈ। ਉਵੇਂ ਸਾਡੀ ਕੋਈ ਮਤਭੇਦ ਨਹੀਂ, ਠੀਕ ਹੈ, ਵਧੀਆ ਤਰੀਕੇ ਨਾਲ ਮਿਲਦੇ, ਕੋਈ ਐਵੇਂ ਦੀ ਗੱਲ ਨਹੀਂ। ਹਾਂਜੀ। ਅੱਛਾ ਬਾਈ, ਗੈਂਗਸਟਰ ਵਾਲੀ ਦੁਨੀਆ ਤੋਂ ਰਾਜਨੀਤੀ ਵੱਲ ਆਉਣਾ, ਇਹ ਸਫ਼ਰ ਕਿਹੋ ਜਿਹਾ ਹੈਗਾ? ਦੇਖੋ ਜਿਹੜੀ ਗੈਂਗਸਟਰ ਇੱਕ ਲਾਈਨ ਸੀ ਉਹ ਨਾ ਮਤਲਬ ਰਾਜਨੀਤਿਕ ਲੋਕਾਂ ਵੱਲੋਂ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਥੋਪੀ ਜਾਂਦੀ ਜਿੱਦਾਂ ਕਿ ਜਿਵੇਂ ਕਿ ਲੱਗਦਾ ਨਾ ਰਾਜਨੀਤਿਕ ਲੋਕ ਕੋਈ ਵੀ ਹੋਵੇ, ਮੈਂ ਕਿਸੇ ਮਤਲਬ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਹਰ ਕਿਸੇ ਪਾਰਟੀ 'ਚ ਮਾੜੇ ਚੰਗੇ ਜਿਹੜੇ ਆ ਮਤਲਬ ਵਿਧਾਇਕ ਹੁੰਦੇ, ਸਾਰੇ ਮਾੜੇ ਵੀ ਨਹੀਂ ਹੁੰਦੇ, ਸਾਰੇ ਚੰਗੇ ਵੀ ਨਹੀਂ ਹੁੰਦੇ। ਕਈਆਂ ਦੀ ਸੋਚ ਬਹੁਤ ਵਧੀਆ ਵੀ ਹੁੰਦੀ ਹੈ, ਅਤੇ ਉਹਦੇ 'ਚ ਆਪਾਂ ਕਿਸੇ ਪਾਰਟੀ ਨੂੰ ਗਲਤ ਨਹੀਂ ਕਹਿ ਸਕਦੇ। ਔਰ ਇਵੇਂ ਕਈ ਵਿਧਾਇਕਾਂ ਦੀ ਸੋਚ ਇਹ ਹੁੰਦੀ ਕਿ ਜਿਹੜਾ ਵੀ ਮੁੰਡਾ ਸਿਰ ਕੱਢ ਰਿਹਾ, ਥੋੜ੍ਹਾ ਲੱਗ ਰਿਹਾ ਕਿ ਯੂਥ ਇਹਦੇ ਨਾਲ ਅਟੈਚ ਆ, ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਸ਼ੰਕਾ ਜਾਂ ਪੈਦਾ ਹੋ ਜਾਂਦੀ ਆ, ਜਾਂ ਜਿਹੜੇ ਸੱਜੇ ਖੱਬੇ ਵਾਲੇ ਜਿਹੜੇ ਉਹਨਾਂ ਦੇ ਮਤਲਬ ਆਲੇ ਦੁਆਲੇ ਵਾਲੇ ਜਿਹੜੇ ਉਹਨਾਂ ਦੇ ਵਰਕਰ ਜਾਂ ਉਹਨਾਂ ਦੇ ਸਲਾਹਕਾਰ ਕਹਿ ਲਓ, ਉਹਨਾਂ ਦੇ ਦਿਮਾਗ 'ਚ ਇੱਕ ਗਲਤ ਗੱਲ ਕਰ ਦਿੰਦੇ ਕਿ ਇਹ ਬੱਚਾ ਤੁਹਾਡੇ ਸਾਹਮਣੇ ਜਾਂ ਮੁੰਡਾ ਤੁਹਾਡੇ ਸਾਹਮਣੇ ਕਿਤੇ ਖੜੂਗਾ ਜਾਂ ਤੁਹਾਨੂੰ ਤੰਗ ਕਰੂਗਾ। ਉਹ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਚਲੋ ਮੁੰਡਪੁਣੇ 'ਚ ਕੋਈ ਮਾੜੀ ਮੋਟੀ ਗਲਤੀ, ਕਿਤੇ ਕੋਈ ਛੋਟੀ ਮੋਟੀ ਲੜਾਈ ਹੋਈ, ਉਹਨੂੰ ਇੱਕ ਬਹੁਤ ਵੱਡਾ ਰੂਪ ਦੇ ਦਿੱਤਾ ਜਾਂਦਾ। ਜਿੱਦਾਂ ਅਖਬਾਰਾਂ ਵੀ ਤਕਰੀਬਨ ਲੀਡਰਾਂ ਦੇ ਕਹਿਣ 'ਤੇ ਚੱਲ ਜਾਂਦੀਆਂ। ਕੁਛ ਅਖਬਾਰ ਐਵੇਂ ਦੇ ਹੈ ਨੇ ਕਿ ਜਿਹੜੇ ਲੀਡਰਾਂ ਦੇ ਕਹਿਣ 'ਤੇ ਮਤਲਬ ਨਿਊਜ਼ ਲਾ ਦਿੰਦੇ, ਉਹਨੂੰ ਵੱਡਾ ਕਰਕੇ ਲਾ ਦਿੱਤਾ ਜਾਂਦਾ, ਗੈਂਗਸਟਰ ਲਿਖ ਦਿਓ ਜਾਂ ਕੁਛ ਵੀ ਲਿਖ ਦਿਓ। ਅਤੇ ਉਹ ਚੀਜ਼ਾਂ ਫਿਰ ਜਦੋਂ ਆਮ ਲੋਕਾਂ ਵਿੱਚ ਜਾਂਦੀਆਂ, ਉਹ ਆਮ ਲੋਕਾਂ ਲਈ ਬੜੀ ਵੱਡੀ ਗੱਲ ਹੋ ਜਾਂਦੀ। ਫਿਰ ਉਹ ਇਵੇਂ ਕਰਕੇ ਇੱਕ ਆਮ ਇਨਸਾਨ ਦੀ ਇੱਕ ਮਤਲਬ ਜਿਹੜੀ ਆ ਗੈਂਗਸਟਰ ਲਾਈਨ ਜਿਹੜੀ ਸ਼ੁਰੂ ਹੁੰਦੀ। ਮਤਲਬ ਹਰ ਕੋਈ ਇਨਸਾਨ ਮਤਲਬ ਪੈਦਾ ਹੁੰਦਿਆਂ ਗੈਂਗਸਟਰ ਜਾਂ ਆਪਣੀ ਬਚਪਨ ਗੁਜ਼ਾਰਦਿਆਂ ਜਾਂ ਜਵਾਨੀ 'ਚ ਜਦੋਂ ਆਉਂਦਾ, ਕਿਸੇ ਦਾ ਮਨ ਇਹ ਨਹੀਂ ਹੁੰਦਾ ਕਿ ਮੈਂ ਗੈਂਗਸਟਰ ਬਣਾ। ਕੋਈ 100 'ਚ ਇੱਕ ਹੋ ਸਕਦਾ ਕਿ ਜਿਹੜਾ ਇਹ ਗੱਲ ਸੋਚਦਾ ਹੋਵੇ, ਪਰ ਕਿਸੇ ਦਾ ਮਨ ਇਹ ਨਹੀਂ ਹੁੰਦਾ ਕਿ ਮੈਂ ਗੈਂਗਸਟਰ ਬਣਾ। ਇਹ ਗੈਂਗਸਟਰ ਜਿਹੜਾ ਵਾ ਜਦੋਂ ਅਸੀਂ ਮਤਲਬ ਥੋੜ੍ਹਾ ਯਾਰਾਂ ਸੱਜਣਾ 'ਚ ਵਿਚਰਦੇ ਹਾਂ, ਜਦੋਂ ਅਸੀਂ ਕਿਸੇ ਲੀਡਰ ਦੀ ਨਿਗਾਹ 'ਚ ਆ ਜਾਂਦੇ ਹਾਂ, ਉਹ ਫਿਰ ਲੀਡਰ ਜਿਹੜੇ ਆ ਪ੍ਰਸ਼ਾਸਨ 'ਤੇ ਕਿਤੇ ਨਾ ਕਿਤੇ ਦਬਾਅ ਬਣਾ ਕੇ ਅਤੇ ਉਹ ਸਾਡੇ ਕੋਲੋਂ ਸਾਡੇ ਜਿਹੜਾ ਗਲਤ ਜਿਹੜੇ ਐਲੀਗੇਸ਼ਨ ਜਾਂ ਨਿੱਕੀ ਜਿਹੀ ਗਲਤੀ ਨੂੰ ਬਹੁਤ ਵੱਡਾ ਕਰਕੇ ਜਿਹੜਾ ਦੁਨੀਆ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ। ਇਸ ਕਰਕੇ ਜਿਹੜੀ ਗੈਂਗਸਟਰ ਲਾਈਨ ਆ ਅਤੇ ਜਿਹੜੀ ਇਹ ਲਾਈਨ ਆ ਜਿਹੜੀ ਸਮਾਜ ਸੇਵਾ ਦੀ ਲਾਈਨ ਆ, ਮੈਂ ਤਾਂ ਮਤਲਬ ਜਿਹੜੀ ਇਹ ਸਿਆਸਤ ਹੈ ਮਤਲਬ ਹੈ ਤਾਂ ਇੱਕ ਸਮਾਜ ਸੇਵਾ ਹੀ ਆ। ਚਲੋ ਇਹਨੂੰ ਜਿਹੜਾ ਜਿੱਤਣ ਤੋਂ ਬਾਅਦ ਲੋਕ ਆਪਣੇ ਆਪ ਨੂੰ ਰਾਜਾ ਸਮਝਣ ਲੱਗ ਪੈਂਦੇ, ਪਰ ਸਿਆਸਤ ਦਾ ਜਿਹੜਾ ਮਤਲਬ ਸਹੀ ਜਿਹੜੀ ਡਿਊਟੀ ਆ ਸਿਆਸਤ ਦੀ ਉਹ ਇਹੀ ਆ ਕਿ ਲੋਕਾਂ ਦੀ ਸੇਵਾ ਕਰਨਾ। ਔਰ ਸੇਵਾ ਕਰਕੇ ਹਰ ਇਨਸਾਨ, ਕੋਈ ਵੀ ਇਨਸਾਨ ਹੈ ਚਾਹੇ ਉਹ ਸੇਵਾ ਕਰਕੇ ਸਕੂਨ ਤਾਂ ਮਿਲਦਾ ਹੀ ਹੈ। ਜਿਹੜੀ ਗੈਂਗਸਟਰ ਲਾਈਨ ਸੀਗੀ ਉਹਦੇ 'ਚ ਬੰਦਾ ਹਰ ਟਾਈਮ ਬੇਚੈਨ ਰਹਿੰਦਾ, ਇੱਥੇ ਹਰ ਟਾਈਮ ਸਕੂਨ 'ਚ ਰਹਿਣਾ, ਆਨੰਦ 'ਚ ਰਹਿਣਾ। ਕਿਸੇ ਦੀ ਵੀ ਕੋਈ ਮੁਸ਼ਕਿਲ ਜਦੋਂ ਹੱਲ ਕਰਦੇ ਹਾਂ ਅਤੇ ਮਨ ਨੂੰ ਖੁਸ਼ੀ ਮਿਲਦੀ ਹੈ, ਦਿਲ ਨੂੰ ਸਕੂਨ ਮਿਲਦਾ। ਇਸ ਕਰਕੇ ਉਸ ਲਾਈਨ 'ਚ ਅਤੇ ਇਸ ਲਾਈਨ 'ਚ ਬਹੁਤ ਜ਼ਿਆਦਾ ਫਰਕ ਹੈ। ਉਹ ਜਿਹੜਾ ਤੁਹਾਡਾ ਪਿਛੋਕੜ ਸੀ, ਹੁਣ ਤੁਸੀਂ ਇਕੱਲੇ ਹੀ ਘੁੰਮਦੇ ਹੋ, ਤੁਸੀਂ ਕਿਹਾ ਕਿ ਬੜੇ ਸਕੂਨ ਨਾਲ ਘੁੰਮਦੇ ਆ, ਕਿਤੇ ਕਿਤੇ ਬੇਚੈਨੀ ਹੁੰਦੀ ਵੀ, ਕਿਉਂਕਿ ਵੈਰ ਤਾਂ ਤੁਸੀਂ ਬਹੁਤ ਪਾਏ ਹੋਏ ਨੇ। ਬਿਲਕੁਲ, ਕਾਫੀ ਜ਼ਿਆਦੀਆਂ CID ਰਿਪੋਰਟ ਵੀ ਆਉਂਦੀਆਂ ਕਿ ਤੇਰੇ ਪਿੱਛੇ ਮੁੰਡੇ ਆਏ, ਐਵੇਂ ਆ। ਕਈ ਵਾਰੀ ਤਾਂ ਐਵੇਂ ਵੀ ਹੁੰਦਾ ਕਿ ਸਾਡੇ ਜਿਹੜੇ ਮੁਲਾਜ਼ਮ ਨੇ ਚੌਂਕੀ ਦੇ ਜਾਂ ਥਾਣੇ ਦੇ, ਮੈਨੂੰ ਕਹਿੰਦੇ ਵੀ ਕਿ ਤੂੰ ਇਕੱਲਾ ਨਾ ਘੁੰਮ ਯਾਰ। ਮਤਲਬ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਸਾਡੇ ਇੱਕ ਚੌਂਕੀ ਇੰਚਾਰਜ ਮੈਨੂੰ ਰਾਤ ਦੇ ਟਾਈਮ ਇੱਥੇ ਦਰਵਾਜ਼ੇ ਗਾੜੀ ਮਿਲੇ, ਕਹਿੰਦੇ ਤੂੰ ਯਾਰ 2 ਮੁੰਡੇ ਨਾਲ ਲੈ ਕੇ ਘੁੰਮਣ ਆ, ਤੂੰ ਮਤਲਬ ਕੀ ਚੱਕਰ ਹੈ, ਅਸੀਂ ਤੇਰੀ ਸੇਫਟੀ ਲਈ ਰਾਤ ਡਿਊਟੀ ਕਰ ਰਹੇ ਹਾਂ ਅਤੇ ਤੂੰ ਇੱਦਾਂ ਨਾ ਕਰ। ਪਰ ਮੈਨੂੰ ਲੱਗਦਾ ਨਹੀਂ ਕਿ ਕਦੀ ਇੱਦਾਂ ਦਾ ਕੁਛ ਹੋਊਗਾ, ਕਿਉਂਕਿ ਵੇਖੋ ਹਰ ਇਨਸਾਨ ਨੂੰ ਪਤਾ ਹੁੰਦਾ ਕਿ ਅਸੀਂ ਕਿੰਨਾ ਕਿਸੇ ਨਾਲ ਗਲਤ ਚੱਲੇ ਹਾਂ। ਮੈਨੂੰ ਆਪਣੇ ਆਪ 'ਤੇ ਇੰਨਾ ਵਿਸ਼ਵਾਸ ਹੈ ਕਿ ਮੈਂ ਅੱਜ ਤੱਕ ਕਿਸੇ ਨਾਲ ਐਵੇਂ ਦਾ ਗਲਤ ਨਹੀਂ ਚੱਲਿਆ ਕਿ ਜਿਹੜਾ ਇਨਸਾਨ ਮੈਨੂੰ ਕੋਈ ਨਹੀਂ ਜਾਣਦਾ ਹੋਊਗਾ, ਨਹੀਂ ਮਿਲਿਆ ਹੋਊਗਾ, ਉਹਦੇ ਮਨ 'ਚ ਤਾਂ ਸ਼ਾਇਦ ਕੋਈ ਐਵੇਂ ਦੀ ਗੱਲ ਹੋਵੇ, ਕਿਉਂਕਿ ਜਿਵੇਂ ਦੀ ਛਵੀ ਮੇਰੀ ਬਣਾਈ ਗਈ ਲੋਕਾਂ ਸਾਹਮਣੇ, ਜੋ ਇਨਸਾਨ ਮੈਨੂੰ ਇੱਕ ਵਾਰੀ ਮਿਲ ਲੂਗਾ ਉਹਦੇ ਮਨ 'ਚ ਕਦੀ ਐਵੇਂ ਦੀ ਗੱਲ ਨਹੀਂ ਆਊਗੀ ਕਿ ਮੇਰਾ ਕੋਈ ਨੁਕਸਾਨ ਕਰਨ ਦੀ ਜਾਂ ਕੋਈ ਉਹਦੇ ਮਨ 'ਚ ਮੇਰੇ ਪ੍ਰਤੀ ਕੋਈ ਪਾਪ ਰਹੂਗਾ। ਐਵੇਂ ਦਾ ਕੁਛ ਨਹੀਂ ਹੈ। ਇਸ ਕਰਕੇ ਮੈਨੂੰ ਯਕੀਨ ਹੈ, ਇਸ ਕਰਕੇ ਮੈਂ ਇਕੱਲਾ ਵੀ ਘੁੰਮਦਾ ਰਹਿੰਦਾ। ਮਤਲਬ ਸ਼ਹੀਦਾਂ ਸਾਹਿਬ ਵੀ ਜਾਈਦਾ ਜਾਂ ਕਿਤੇ ਵੀ ਗੁਰੂ ਘਰ ਜਾਈਏ ਅਤੇ ਜਦੋਂ ਮਨ ਕਰੇ ਇਕੱਲੇ ਚੱਲ ਜਾਈਦਾ। ਅਤੇ ਪਰ ਮਨ 'ਚ ਇਹੀ ਹੈ ਕਿ ਨਹੀਂ, ਇੱਦਾਂ ਦਾ ਕੁਛ ਹੋ ਨਹੀਂ ਸਕਦਾ। ਬਸ ਇਹੀ ਆ ਕਿ ਉਸ ਅਕਾਲ ਪੁਰਖ 'ਤੇ ਇੱਕ ਵਿਸ਼ਵਾਸ ਬਣਿਆ ਹੋਇਆ ਕਿ ਇੱਦਾਂ ਦਾ ਹੋਊਗਾ ਨਹੀਂ, ਕਿਉਂਕਿ ਇੱਦਾਂ ਦਾ ਕਦੀ ਕੀਤਾ ਨਹੀਂ ਕਿਸੇ ਨਾਲ। ਮਤਲਬ ਇੰਨਾ ਧੱਕਾ ਜਾਂ ਕੁਛ ਵੀ ਕਰੇ ਜੋ ਲੜਾਈ ਲੜੀ ਆ, ਆਪਣੀ ਲੜਾਈ ਲੜੀ ਆ ਕਿ ਹਾਂ ਆਪਣੇ ਮਾਨ ਸਨਮਾਨ ਦੀ ਲੜਾਈ ਜ਼ਰੂਰ ਲੜੀ ਆ ਕਿ ਕਿਸੇ ਅੱਗੇ ਝੁਕੇ ਨਹੀਂ। ਮਤਲਬ ਜੋ ਲੀਡਰ ਚਾਹੁੰਦੇ ਆ ਕਿ ਸਾਡੇ ਝੁਕ ਕੇ ਰਹਿਣ ਜਾਂ ਸਾਡੇ ਕੋਲ ਨੀਵੇਂ ਹੋ ਕੇ ਰਹਿਣ, ਬਸ ਆਪਣੇ ਮਾਨ ਸਨਮਾਨ ਦੀ ਲੜਾਈ ਲੜੀ ਆ। ਉਹ ਹਰ ਇਨਸਾਨ ਲੜਦਾ ਔਰ ਹਰ ਇਨਸਾਨ ਦਾ ਹੱਕ ਵੀ ਹੈ। ਜੇ ਮੈਂ ਗਲਤ ਨਹੀਂ ਤਾਂ ਤੁਸੀਂ ਲਗਭਗ ਮਤਲਬ 2 ਕਤਲਾਂ ਦੇ ਵਿੱਚ ਤੁਹਾਡਾ ਨਾਮ ਆਇਆ, 48 ਤੋਂ ਵੱਧ ਮੁਕੱਦਮੇ ਤੁਹਾਡੇ 'ਤੇ ਅਪਰਾਧਕ ਨੇ।
ਇਹ ਸਾਰੀਆਂ ਚੀਜ਼ਾਂ ਕਿਤੇ ਤੰਗ ਕਰਦੀਆਂ ਤੁਹਾਨੂੰ? ਹੁਣ ਤੁਸੀਂ ਰਾਜਨੀਤੀ 'ਚ ਆਏ ਹੋ। ਬਿਲਕੁਲ ਕਿਸੇ ਜਿੱਥੇ ਕੋਈ ਸਾਡੇ ਕੋਲ ਗਲਤੀ ਹੁੰਦੀ ਆ, ਚਾਹੇ ਉਹ ਛੋਟੀ ਆ ਚਾਹੇ ਵੱਡੀ, ਉਹ ਕਿਤੇ ਨਾ ਕਿਤੇ ਮਤਲਬ ਦਿਮਾਗ 'ਚ ਤਾਂ ਰਹਿੰਦੀ ਹੈ ਕਿ ਯਾਰ ਕਿ ਚਾਹੇ ਉਹ ਉਸ ਟਾਈਮ ਅਸੀਂ ਇਸ ਗੱਲ ਤੋਂ ਕਿਨਾਰਾ ਕਰ ਜਾਂਦੇ, ਚਾਹੇ ਉਹ ਕਿਉਂਕਿ ਮੌਕਾ ਤਾਂ ਅਸੀਂ ਦਿੱਤਾ ਨਾ ਲੀਡਰਾਂ ਨੂੰ, ਚਾਹੇ ਮੈਂ ਅੱਜ ਲੀਡਰਾਂ ਦਾ ਉੱਤੇ ਵੀ ਗੱਲ ਕਰ ਰਿਹਾ, ਪਰ ਉਸ ਚੀਜ਼ ਦਾ ਮੌਕਾ ਮੰਨ ਲਓ ਸਾਡਾ 2 ਪੈਸੇ ਕਸੂਰ ਸੀਗਾ ਜਾਂ 5 ਪੈਸੇ ਕਸੂਰ ਹੀ, 5 ਤੋਂ ਉਹਨਾਂ ਨੇ 100 ਕਰਤਾ, ਪਰ ਉਹ 5 ਪੈਸੇ ਕਿਤੇ ਨਾ ਕਿਤੇ ਸੋਚੀਦਾ ਕਿ ਜੇ ਅਸੀਂ ਉਦੋਂ ਆਪਣੇ ਮਨ ਨੂੰ ਥੋੜ੍ਹਾ ਸ਼ਾਂਤ ਰੱਖਦੇ ਤੇ ਅੱਜ ਉਹ ਵੀ ਜਿਹੜਾ 5 ਪੈਸੇ ਵੀ ਜਿਹੜਾ ਉਹਨਾਂ ਨੂੰ ਅਸੀਂ ਮੌਕਾ ਦਿੱਤਾ ਉਹ ਨਾ ਮਿਲਦਾ। ਜਿਵੇਂ ਕਿ ਲਾ ਲਓ ਕਿ ਮੇਰੇ ਤੇ 48 ਦੇ ਕਰੀਬ ਐਫ ਆਈ ਆਰ ਸੀਗੀਆਂ, ਜਿਹਦੇ ਵਿੱਚੋਂ 2 ਮਰਡਰ ਮੇਰੇ ਤੇ, 2 ਕਤਲ ਪਾਏ ਗਏ। ਪਿੱਛੇ ਜੇ ਇੱਕ ਵਾਰੀ ਇੱਕ ਮਤਲਬ ਨਿਊਜ਼ ਚੈਨਲ ਵਾਲਿਆਂ ਸਵਾਲ ਕੀਤਾ ਸੀ, ਉਹ ਕਹਿੰਦੇ ਇੱਕ ਤੁਹਾਡੇ ਤੇ 1 ਮਰਡਰ ਹੈ, ਮੈਂ ਕਹਿੰਦਾ ਇੱਕ ਨਹੀਂ ਜੀ 2 ਆ, ਕਿਉਂਕਿ ਮੇਰੀ ਆਦਤ ਹੈ ਕਿ ਮੈਂ ਜਿਹੜੀ ਗੱਲ ਹੈ ਉਹ ਕਦੀ ਲੁਕਾਉਂਦਾ ਨਹੀਂ ਹੁੰਦਾ। ਮੈਨੂੰ ਬੜੇ ਲੋਕ ਕਹਿੰਦੇ ਵੀ ਆ, ਸਿਆਸੀ ਲੋਕ ਵੀ ਕਹਿੰਦੇ ਆ, ਕਈ ਮੇਰੇ ਸਲਾਹਕਾਰ ਵੀ ਕਹਿੰਦੇ ਕਿ ਯਾਰ ਐਵੇਂ ਕਹਿਣਾ ਨਹੀਂ ਚਾਹੀਦਾ, ਤੂੰ ਸ਼ਰੇਆਮ ਸਾਹਮਣੇ ਕਹਿ ਦਿੰਦਾ। ਵੇਖੋ ਜਿਹੜੀ ਚੀਜ਼ ਹੈ ਉਹਨੂੰ ਜਦ ਤੱਕ ਅਸੀਂ ਆਪਣਾ ਕੋਈ ਵੀ ਗਲਤੀ ਹੈ ਜਦ ਤੱਕ ਅਸੀਂ ਉਹਨੂੰ ਮੰਨਾਂਗੇ ਨਹੀਂ, ਸਮਝੋ ਕਿ ਸਾਡੇ ਅੰਦਰ ਗੁਨਾਹ ਵਸ ਰਿਹਾ ਅੱਜ ਵੀ। ਜਦ ਤੱਕ ਅਸੀਂ ਉਹਨੂੰ ਮੰਨ ਕੇ ਕਿ ਹਾਂ ਇੱਥੇ ਮੈਂ ਗਲਤ ਸੀਗਾ ਤੇ ਅੱਜ ਮੈਂ ਆਪਣੀ ਲਾਈਫ ਜਿਹੜੀ ਆ ਸੁਧਾਰ ਰਿਹਾ, ਸਮਝੋ ਕਿ ਉਦੋਂ ਤੋਂ ਸਾਡੇ 'ਚ ਸੁਧਾਰ ਹੋਣਾ ਸ਼ੁਰੂ ਹੋਇਆ। ਜਦੋਂ ਅਸੀਂ ਮੰਨ ਕੇ ਜੇ ਅਸੀਂ ਉਹ ਗੁਨਾਹ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ, ਉਹ ਕਿਤੇ ਨਾ ਕਿਤੇ ਜਦੋਂ ਨਿਕਲੂਗਾ ਤੇ ਫਿਰ ਉਹ ਬਹੁਤ ਜ਼ਿਆਦਾ ਨੁਕਸਾਨ ਕਰੂਗਾ। ਜਦੋਂ ਅਸੀਂ ਪਹਿਲਾਂ ਹੀ ਉਸ ਚੀਜ਼ ਨੂੰ ਕਹੀ ਕਿ ਹਾਂ ਯਾਰ ਇੱਥੇ ਕਿ ਮੈਂ ਗਲਤ ਸੀਗਾ ਤੇ ਅੱਜ ਤੋਂ ਜਿਹੜੀ ਗਲਤੀ ਹੈ ਮੈਂ ਅੱਗੇ ਤੋਂ ਨਹੀਂ ਕਰੂੰਗਾ, ਉਹਦੇ 'ਚ ਸਮਝ ਲਓ ਕਿ ਜਿਹੜਾ ਅੰਦਰ ਦਾ ਸਾਡਾ ਗੁਨੇਗਾਰ ਉਹ ਮਰ ਚੁੱਕਾ। ਜੇ ਅਸੀਂ ਉਹਨੂੰ ਕਿਤੇ ਲੁਕਾਉਂਦੇ ਹਾਂ, ਸਮਝੋ ਕਿਤੇ ਨਾ ਕਿਤੇ ਗੁਨਾਹ ਅੱਜ ਵੀ ਸਾਡੇ ਅੰਦਰ ਵੱਸ ਰਿਹਾ। ਇਸ ਕਰਕੇ ਜਿਹੜੀ ਵੀ ਜਿੱਥੇ ਵੀ ਮੈਂ ਗਲਤ ਸੀਗਾ, ਕੁਛ ਐਫ ਆਈ ਆਰ ਮੇਰੇ 'ਤੇ ਸਹੀ ਵੀ ਸੀਗੀਆਂ, ਜਿਹੜੀਆਂ ਸਹੀ ਸੀਗੀਆਂ, ਕੁਛ ਇੱਥੇ ਸਾਡੇ ਲੜਾਈ ਝਗੜੇ ਹੋਏ ਜਦੋਂ ਅਸੀਂ ਨਵੇਂ ਉੱਠੇ ਹਾਂ, ਕੁਛ ਸਹੀ ਵੀ ਸੀਗੀਆਂ, ਪਰ ਜਿਹੜੀਆਂ ਜ਼ਿਆਦਾਤਰ ਸੀਗੀਆਂ, ਜਿਹੜੇ 2 ਮਰਡਰ ਵਾਲੀ ਗੱਲ ਆ, ਉਹ ਦੋਨੋਂ ਪਰਿਵਾਰ ਮੈਨੂੰ ਮਿਲਦੇ। ਇੱਕ ਮਰਡਰ ਮੇਰੇ 'ਤੇ ਗੁਰਦੀਪ ਭਲਵਾਨ ਜੀ ਦਾ ਸੀਗਾ, ਉਹ ਮੌਜੂਦਾ ਪਾਰਸ਼ਦ ਸੀਗੇ ਆਪਣੇ 50 ਨੰਬਰ ਵਾਰਡ ਤੋਂ। ਉਹਨਾਂ ਨਾਲ ਕੀ ਹੋਇਆ ਕੀ ਨਹੀਂ ਹੋਇਆ, ਉਹਨਾਂ ਨਾਲ ਕੋਈ ਸਿਆਸੀ ਦਾਅ ਪੇਚ ਚੱਲਿਆ, ਮਤਲਬ ਵੱਖ-ਵੱਖ ਲੋਕਾਂ ਦੇ, ਕਿਉਂਕਿ ਮੈਂ ਅੰਦਰ ਸੀਗਾ, ਰੋਪੜ ਜੇਲ੍ਹ ਸੀਗਾ, ਮੈਂ ਆਪਣੇ ਘਰ STD ਤੋਂ ਕਾਲ ਕਰਦਾ ਸੀਗਾ ਰੋਪੜ ਜੇਲ੍ਹ ਦੇ ਵਿੱਚ। ਅੱਜ ਵੀ ਮੇਰਾ ਉਸ ਟਾਈਮ ਦਾ ਕੋਈ ਵੀ ਰਿਕਾਰਡ ਕਢਾ ਕੇ ਵੇਖ ਲਏ, ਮੈਂ STD ਤੋਂ ਆਪਣੇ ਘਰ ਕਾਲ ਕਰਦਾ ਸੀ, ਮੇਰੇ ਕੋਲ ਉੱਥੇ ਫੋਨ ਵੀ ਨਹੀਂ ਸੀਗਾ। ਅਤੇ ਉਹ ਮੈਨੂੰ ਅੰਦਰੋਂ ਲਿਆ ਕੇ ਉੱਥੋਂ ਪਰਚੇ 'ਚ ਪਾਇਆ ਗਿਆ ਔਰ ਦਬਾਅ ਬਣਾ ਕੇ ਪਾਇਆ ਗਿਆ ਮੇਰੇ 'ਤੇ, ਜਦ ਕਿ ਕਲੀਅਰਲੀ ਪੁਲਿਸ ਨੂੰ ਵੀ ਪਤਾ ਸੀਗਾ। ਹਰ ਕਿਸੇ ਜਿਹੜੇ ਮੁੰਡੇ ਸੀਗੇ ਜਿਹੜੇ ਉਸ ਕਤਲ 'ਚ ਇਨਵੋਲਵ ਸੀਗੇ, ਉਹਨਾਂ ਨੇ ਵੀ ਹਰ ਕਿਸੇ ਨੇ ਉਹਨਾਂ ਨਾਲ ਮੇਰਾ ਕੋਈ ਲਿੰਕ ਨਹੀਂ, ਨਾ ਉਹਨਾਂ ਕੋਲ ਮੇਰਾ ਕੋਈ ਫ਼ੋਨ ਨੰਬਰ, ਨਾ ਮੇਰੀ ਕੋਈ ਵੀਡੀਓ ਕਾਲ, ਨਾ ਉਹਨਾਂ ਨੇ ਐਕਸੈਪਟ ਕੀਤਾ ਕਿ ਅਸੀਂ ਇਹਦੇ ਨਾਲ ਕੋਈ ਗੱਲ ਕੀਤੀ ਜਾਂ ਕੁਛ। ਉਹ ਦਬਾਅ ਬਣਾ ਕੇ ਪ੍ਰਸ਼ਾਸਨ 'ਤੇ ਮੇਰੇ 'ਤੇ ਪਰਚਾ ਪਾਇਆ ਗਿਆ। ਦੂਸਰਾ ਜਿਹੜਾ ਪਰਚਾ ਸੀਗਾ, ਇੱਥੇ ਸਾਡੇ ਲੋਕਲ ਹੀ ਮੁੰਡਾ ਨੰਨੂ, ਉਹਦਾ ਮਰਡਰ ਸੀਗਾ, ਉਹ ਵੀ ਮੈਨੂੰ ਅੰਦਰੋਂ ਜੇਲ੍ਹ ਤੋਂ ਲਿਆ ਕੇ ਪਾਇਆ ਗਿਆ। ਔਰ ਜਿਹੜਾ ਦੂਸਰਾ ਪਹਿਲਾ ਪਰਚਾ ਸੀਗਾ ਨੰਨੂ ਵਾਲਾ ਸੀਗਾ, ਉਦੋਂ ਮੈਨੂੰ ਸਾਲ ਹੋ ਗਿਆ ਸੀਗਾ, 1 ਸਾਲ ਹੋ ਗਿਆ ਸੀ, 1 ਸਾਲ ਦੇ ਕਰੀਬ ਜੇਲ੍ਹ 'ਚ ਹੋ ਗਿਆ ਸੀ। ਜਿਹੜਾ ਮਤਲਬ ਸੈਕਿੰਡ ਪਰਚਾ ਪਾਇਆ ਗਿਆ ਗੁਰਦੀਪ ਭਲਵਾਨ ਜੀ ਵਾਲਾ, ਉਦੋਂ ਮੈਨੂੰ 3 ਸਾਲ ਜੇਲ੍ਹ ਸੀਗਾ ਮੈਂ। ਔਰ ਦੋਨੋਂ ਪਰਿਵਾਰ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਆ। ਔਰ ਜੇ ਮੈਂ ਉਹਨਾਂ ਨੂੰ ਲੱਗੇ ਕਿ ਮੈਂ ਉਹਨਾਂ ਦੇ ਪਰਿਵਾਰ ਦੇ ਜੀਅ ਦਾ ਨੁਕਸਾਨ ਕੀਤਾ, ਮੰਨ ਲਓ ਤੁਸੀਂ ਹੋ, ਤੁਹਾਨੂੰ ਵੀ ਲੱਗੇ ਕਿ ਤੁਹਾਡੇ ਭਰਾ ਜਾਂ ਫੈਮਿਲੀ ਮੈਂਬਰ ਦਾ ਕਿਸੇ ਨੇ ਕਤਲ ਕੀਤਾ, ਤਾਂ ਤੁਸੀਂ ਤੁਹਾਨੂੰ ਕਦੀ ਬੁਲਾਓਗੇ ਨਹੀਂ। ਉਹ ਮੈਨੂੰ ਬਹੁਤ ਵਧੀਆ ਮਿਲਦੇ ਆ, ਦੋਨੋਂ ਹੀ ਪਰਿਵਾਰ ਵਧੀਆ ਮਿਲਦੇ ਆ। ਬਾਈ ਐਂ ਵੀ ਹੁੰਦਾ ਜਿੱਦਾਂ ਮੰਨ ਲਓ ਕੋਈ ਬਹੁਤ ਹਾਈ ਫਾਈ ਕੇਸ ਆ, ਕੋਈ ਵੱਡੀ ਵਾਰਦਾਤ ਆ ਜਿਹੜੀ ਪੁਲਿਸ ਕੋਲ ਸੋਲਵ ਨਹੀਂ ਹੁੰਦੀ, ਉਹ ਕਿਸੇ ਹੋਰ 'ਤੇ ਪਾਤੀ ਜਾਂਦੀ, ਜਿਵੇਂ ਤੁਸੀਂ ਦੱਸ ਰਹੇ ਹੋ। ਹੁੰਦਾ ਤਾਂ ਹੈ ਵਾ, ਪਰ ਸਾਰੇ ਅਫਸਰ ਇੱਦਾਂ ਦੇ ਨਹੀਂ ਹੁੰਦੇ। ਕਈ ਮਤਲਬ ਇਸ ਗੱਲ ਇਹ ਵੀ ਸੋਚਦੇ ਆ, ਵੇਖੋ ਮਤਲਬ ਜਿਵੇਂ ਕਿ ਪੁਲਿਸ ਨੂੰ ਵੀ ਬਦਨਾਮ ਕੀਤਾ ਜਾਂਦਾ, ਲੀਡਰਾਂ ਨੂੰ ਵੀ, ਸਾਰਿਆਂ ਨੂੰ ਬਦਨਾਮ ਕੀਤਾ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਸਾਰੇ ਲੀਡਰ ਵੀ ਨਹੀਂ ਇੱਕ ਤਰ੍ਹਾਂ ਦੇ, ਸਾਰੀ ਪੁਲਿਸ ਵੀ ਨਹੀਂ ਇੱਕ ਤਰ੍ਹਾਂ ਦੀ। ਇਸ ਕਰਕੇ ਬਹੁਤ ਵਧੀਆ ਅਫਸਰ ਵੀ ਨੇ, ਜਿਵੇਂ ਕਿ ਹੁਣ ਮੈਂ ਉੱਥੇ ਮੁਕਤਸਰ ਜੇਲ੍ਹ 'ਚ ਰਿਹਾ, ਉੱਥੇ ਸਰਦਾਰ ਸ਼ਿਵਰਾਜ ਸਿੰਘ ਆਨੰਦਗੜ੍ਹ ਸੀਗੇ ਸੁਪਰਡੈਂਟ, ਉਹਨਾਂ ਨੇ ਮੈਨੂੰ ਬਿਲਕੁਲ ਬੱਚਿਆਂ ਵਾਂਗੂ ਸਮਝਾਇਆ। ਔਰ ਉੱਥੇ ਜਿਹੜਾ ਮੈਂ ਕੇਸ ਵੀ ਉੱਥੇ ਹੀ ਰੱਖੇ ਅਤੇ ਬਹੁਤ ਮੈਨੂੰ ਬੱਚਿਆਂ ਵਾਂਗੂ ਉਹਨਾਂ ਨੇ ਮਤਲਬ ਤੁਹਾਡੇ ਇਸ ਸਰੂਪ ਵੱਲ ਵੀ ਆਵਾਂਗੇ ਬਾਈ। ਲਗਭਗ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਤੁਸੀਂ ਘੁੰਮੇ ਹੋ, ਜੇਲ੍ਹਾਂ ਅੰਦਰਲਾ ਮਾਹੌਲ ਕਿਵੇਂ? ਜੇ ਕੋਈ ਅਪਰਾਧੀ ਜਾਂਦਾ ਹੈ, ਤੁਹਾਨੂੰ ਲੱਗਦਾ ਕਿ ਸੁਧਾਰ ਦੀ ਆਸ ਹੁੰਦੀ ਜਾਂ ਫਿਰ ਹੋਰ ਵਿਗੜਦਾ? ਮੈਂ ਆਪਣੀ ਲਾਈਫ 'ਚ, ਚਲੋ ਮੈਂ ਕਿਸੇ ਵੀ ਸੁਪਰਡੈਂਟ ਨੂੰ ਕਹਿਣਗੇ ਤਾਂ ਮੇਰੀ ਇਹ ਗੱਲ ਸੁਣ ਕੇ ਸ਼ਾਇਦ ਕਈਆਂ ਨੂੰ ਗਲਤ ਵੀ ਲੱਗੂਗਾ। ਮੈਂ ਆਪਣੀ ਲਾਈਫ 'ਚ ਸੁਪਰਡੈਂਟਾਂ ਦੀ ਗੱਲ ਕਰਦਾ। ਜੇ ਸੁਪਰਡੈਂਟ ਮੈਂ ਆਪਣੀ ਲਾਈਫ 'ਚ ਜਿੰਨੇ ਸੁਪਰਡੈਂਟਾਂ ਕੋਲ ਰਿਹਾ, ਅਤੇ 2 ਸੁਪਰਡੈਂਟ ਜਿਹੜੇ ਆ ਕਿ ਮੇਰੇ ਮਨ ਨੂੰ ਲੱਗਦੇ, ਇੱਕ ਸੁੱਚਾ ਸਿੰਘ ਕਿ ਜਿਹੜਾ ਬਹੁਤ ਹੀ ਇਮਾਨਦਾਰ ਆ, ਔਰ ਦੂਜਾ ਸ਼ਿਵਰਾਜ ਸਿੰਘ ਆਨੰਦਗੜ੍ਹ, ਜਿਹੜੇ ਮਤਲਬ ਇੱਕ ਹੁੰਦਾ ਕਿ ਇਮਾਨਦਾਰ ਹੁੰਦੇ ਨੇ, ਪਰ ਉਹਨਾਂ 'ਚ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਈਗੋ ਵੀ ਹੁੰਦੀ ਕਿ ਮੈਂ ਯਾਰ ਇਮਾਨਦਾਰ ਹਾਂ, ਅਤੇ ਉਸ ਗੱਲ ਦੇ ਵਿੱਚ ਕਿਸੇ ਨਾਲ ਕੋਈ ਥੋੜ੍ਹਾ ਧੱਕਾ ਜਾਂ ਬਦਤਮੀਜੀ ਜਾਂ ਮਿਸਬਿਹੇਵ ਕਰਨਾ। ਪਰ ਇਹ ਇਹਨਾਂ ਦੋਨਾਂ 'ਚ ਨਹੀਂ ਸੀਗੀਆਂ, ਨਾ ਸੁੱਚਾ ਸਿੰਘ 'ਚ ਸੀ, ਨਾ ਸ਼ਿਵਰਾਜ ਸਿੰਘ ਆਨੰਦਗੜ੍ਹ ਸੀ। ਉਹ ਐਵੇਂ ਦੇ ਸੀਗੇ ਕਿ ਮਤਲਬ ਜੇ ਇਮਾਨਦਾਰ ਵੀ ਸੀ ਤੇ ਹੈਲਪ ਵੀ ਕਰਦੇ ਸੀ।
ਇੱਥੋਂ ਤੱਕ ਕਿ ਇੱਕ ਵਾਰੀ ਸ਼ਿਵਰਾਜ ਸਿੰਘ ਆਨੰਦਗੜ੍ਹ ਸਾਡਾ ਮੁੰਡਾ ਇੱਕ ਜੱਗਾ ਸੀਗਾ, ਉਹਨੂੰ ਕੋਈ ਪ੍ਰੋਬਲਮ ਹੋ ਗਈ, ਤੇ ਸ਼ਿਵਰਾਜ ਸਿੰਘ ਆਨੰਦਗੜ੍ਹ ਜੀ ਨੇ ਰਾਤ ਦੇ ਟਾਈਮ 2 ਵਜੇ ਆਪਣੀ ਗੱਡੀ 'ਚ ਬਿਠਾ ਕੇ ਖੜਿਆ, ਕਿ ਇਹ ਨਹੀਂ ਕਿ ਮਤਲਬ ਕਿ ਮੈਂ ਸਟੂਡੈਂਟ ਹਾਂ ਤੇ ਮਤਲਬ ਜੋ ਹੁੰਦਾ ਹੋ ਜਾਓ, ਮਤਲਬ ਆਪਣੀ ਜੇਲ੍ਹ ਨੂੰ ਜਿਵੇਂ ਆਪਣੀ ਫੈਮਿਲੀ ਵਾਂਗੂ ਸਮਝਦੇ ਸੀਗੇ। ਮਤਲਬ ਹਰ ਕਿਸੇ ਦਾ ਦੁੱਖ ਦਰਦ ਵੀ ਸਮਝਣਾ, ਠੀਕ ਹੈ, ਇਮਾਨਦਾਰ ਹੈ, ਜੋ ਚੀਜ਼ਾਂ ਮਤਲਬ ਗੈਰ ਕਾਨੂੰਨੀ ਆ ਉਹ ਨਹੀਂ ਅੰਦਰ। ਬਾਕੀ ਰੋਟੀ ਪਾਣੀ ਜਿਹੜਾ ਉਹ ਐਵੇਂ ਦਾ ਹੁੰਦਾ ਸੀਗਾ ਕਿ ਉੱਥੇ ਮਤਲਬ ਸ਼ਿਵਰਾਜ ਸਿੰਘ ਆਨੰਦਗੜ੍ਹ ਦੀ ਜੇਲ੍ਹ 'ਚ ਐਵੇਂ ਦਾ ਰੋਟੀ ਪਾਣੀ ਸੀਗਾ ਕਿ ਸਾਨੂੰ ਤੜਕਾ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਹਾਂ, ਮਤਲਬ ਉਵੇਂ ਤੁਸੀਂ ਖਾ ਸਕਦੇ ਹੋ, ਰੋਟੀ ਵੀ ਐਵੇਂ ਜਿਵੇਂ ਘਰ ਵਾਂਗੀ ਰੋਟੀ। ਔਰ ਉਹ ਸਪੈਸ਼ਲ ਲੰਗਰ ਦੇ ਵਿੱਚ ਆਪ ਚੱਕਰ ਮਾਰਦੇ ਸੀ, ਜੋ ਰੋਟੀ ਬਣਦੀ ਸੀ ਆਪ ਚੱਕਰ ਮਾਰਦੇ ਸੀ। ਉਹਨਾਂ ਨੇ ਲੰਗਰ ਦਾ ਮਾਹੌਲ ਐਵੇਂ ਦਾ ਬਣਾਇਆ ਪਿਆ ਹੈਗਾ ਕਿ ਜਿਵੇਂ ਗੁਰੂ ਘਰ ਜੇ ਮੰਨ ਲਓ ਤੁਸੀਂ ਮਾਤਾ ਜੀ ਚੋਣ ਜਿੱਤਦੇ ਨੇ, ਕੋਈ ਇਹੋ ਜਿਹੀ ਜ਼ਿੰਮੇਵਾਰੀ ਲੱਗਦੀ ਹੈ ਤੁਹਾਡੇ ਮਨ 'ਚ, ਹੈ ਇਹੋ ਜਿਹੀ ਤਮੰਨਾ ਕਿ ਮੈਂ ਘੱਟੋ ਘੱਟ ਪੰਜਾਬ ਦੀ ਜੇਲ੍ਹਾਂ ਸੁਧਾਰਨੀਆਂ? ਬਿਲਕੁਲ, ਮੈਂ ਤਾਂ ਇਹੀ ਚਾਹੁੰਦਾ ਕਿ ਵੇਖੋ, ਜੇ ਜੇਲ੍ਹਾਂ ਸੁਧਰਦੀਆਂ ਨਾ, ਤਾਂ ਜੇਲ੍ਹਾਂ ਦੇ ਨਾਲ ਸਮਝੋ ਕਿ ਸਾਡਾ ਜੇਲ੍ਹ ਹੁੰਦੀ ਹੈ, ਮਤਲਬ ਇੱਕ ਜੇਲ੍ਹ ਦਾ ਮਤਲਬ ਹੁੰਦਾ ਪੂਰਾ ਜ਼ਿਲ੍ਹਾ। ਜਿਸ ਜ਼ਿਲ੍ਹੇ 'ਚ ਜੇਲ੍ਹ ਆ, ਉੱਥੇ ਪੂਰੇ ਜ਼ਿਲ੍ਹੇ ਦੇ ਹਰ ਮਤਲਬ ਇਲਾਕੇ 'ਚੋਂ ਇੱਕ ਅੱਧਾ ਬੰਦਾ ਲਾ ਲਓ, ਕਿਸੇ ਪਿੰਡ 'ਚੋਂ ਲਾ ਲਓ, ਗਿਆ ਕਿਤੇ ਜੇ ਆਪਾਂ ਜੇਲ੍ਹ ਨੂੰ ਮਤਲਬ ਜੇ ਆਪਾਂ ਸਹੀ ਮਾਇਨੇ 'ਚ ਉਹਨੂੰ ਸੁਧਾਰ ਘਰ ਬਣਾ ਦਈਏ ਤਾਂ ਬਹੁਤ ਵਧੀਆ ਮਾਹੌਲ ਹੋ ਸਕਦਾ। ਉੱਥੇ ਬਹੁਤ ਕਮੀਆਂ ਨੇ, ਜਿਵੇਂ ਕਿ ਆਪਾਂ ਮਤਲਬ ਉੱਥੇ ਕੈਂਪ ਲੱਗਣ, ਜਿਵੇਂ ਨਸ਼ਾ ਜੇਲ੍ਹਾਂ 'ਚ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਏ, ਉਹਨਾਂ ਨੂੰ ਸਮਝਾਇਆ ਵੀ ਜਾਏ। ਪਿੱਛੇ ਜੇ ਬਾਦਲ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਜਿੰਮ ਖੋਲ੍ਹੇ ਸੀਗੇ, ਉਦੋਂ ਬਹੁਤ ਵਧੀਆ ਮਾਹੌਲ ਬਣ ਗਿਆ ਸੀਗਾ। ਉਸ ਤੋਂ ਬਾਅਦ ਕੁਛ ਕਾਰਨਾਂ ਕਰਕੇ ਜਿੰਮ ਜਿਹੜੇ ਆ ਬੰਦ ਹੋ ਗਏ ਅਤੇ ਜਿੰਮ ਦੇ ਵਿੱਚ ਮੁੰਡੇ ਕਾਫੀ ਵਧੀਆ ਰਿਸਪੋਂਸ ਸੀਗਾ, ਮੁੰਡੇ ਅੰਦਰ ਪ੍ਰੋਟੀਨ। ਫਿਰ ਵਿੱਚ ਜਿਹੜੇ ਸ਼ਰਾਰਤੀ ਅਨਸਰ ਨੇ ਕੁਛ, ਉਹਨਾਂ ਨੇ ਮਤਲਬ ਇਹ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ, ਜਿਵੇਂ ਪ੍ਰੋਟੀਨ ਦੇ ਵਿੱਚ ਕੋਈ ਨਸ਼ੇ ਵਾਲੀ ਚੀਜ਼ ਮੰਗਵਾ ਲਈ ਜਾਂ ਕੁਛ, ਉਹਦੇ ਕਰਕੇ ਬੰਦ ਹੋ ਗਿਆ। ਪਰ ਜੇ ਜੇਲ੍ਹ ਪ੍ਰਸ਼ਾਸਨ ਚਾਹਵੇ ਤਾਂ ਇਸ ਚੀਜ਼ 'ਤੇ ਰੋਕ ਲਾ ਸਕਦਾ ਸੀਗਾ ਵੀ ਨਸ਼ੇ ਤੁਸੀਂ ਚੈਕਿੰਗ ਜ਼ਿਆਦਾ ਕਰ, ਪਰ ਇਹਨਾਂ ਨੇ ਕੀਤਾ ਮਤਲਬ ਆਪਣੀ ਸਿਰਦਰਦੀ ਮਿਟਾਉਣ ਲਈ ਉਹ ਸਾਰਾ ਕੁਛ ਬੰਦ ਹੀ ਕਰਤਾ। ਜੇ ਉਹ ਮਤਲਬ ਜਿੰਮ ਹੋਣ, ਮਤਲਬ ਅੰਦਰ ਗੇਮ ਹੋਣ ਜਾਂ ਐਜੂਕੇਸ਼ਨ ਵਧੀਆ ਹੋਵੇ, ਅਤੇ ਮਤਲਬ ਆਪੇ ਬੰਦਾ ਮੋਲਡ ਹੋ ਜਾਂਦਾ, ਕੋਈ ਐਵੇਂ ਦੀ ਗੱਲ ਨਹੀਂ। ਸਹੀ ਰਸਤੇ ਆ ਜਾਂਦਾ ਹੈਗਾ। ਅੱਛਾ ਬਈ, ਜਿਹੜੇ ਲੀਡਰ ਹੁੰਦੇ ਨੇ, ਕਿਉਂਕਿ ਤੁਸੀਂ ਤਜਰਬਾ ਕੀਤਾ, ਇਹ ਕਿਵੇਂ ਵਰਤਦੇ ਆ? ਕਿਉਂ ਜਿਹੜਾ ਕੋਈ ਮੁੰਡਾ ਉੱਠ ਰਿਹਾ, ਉਹਨੂੰ ਪਤਾ ਵੀ ਇਹ ਤੋਂ ਮੈਂ ਫਾਇਦਾ ਲੈ ਸਕਦਾ, ਲੀਡਰ ਚੋਣਾਂ ਦੌਰਾਨ ਖਾਸ ਕਰ ਕਿਵੇਂ ਵਰਤਦੇ ਗੈਂਗਸਟਰ? ਇਹਨਾਂ ਦੇ ਜਿਹੜੇ ਮਤਲਬ ਆਲੇ ਦੁਆਲੇ ਵਾਲੇ ਏਜੰਟ ਹੁੰਦੇ ਨਾ, ਜਿਹੜੇ ਜਦੋਂ ਸਲਾਹਕਾਰ ਕਹਿ ਸਕਦੇ ਆਪਾਂ ਨੂੰ, ਜਾਂ ਉਹਨਾਂ ਨੂੰ ਕੋਈ ਮਤਲਬ ਇਹਨਾਂ ਨੂੰ ਅਹੁਦੇ ਦਿੱਤੇ ਹੁੰਦੇ, ਉਹਨਾਂ ਦੀ ਨਿਗਾਹ 'ਚ ਹਰ ਇਲਾਕੇ ਦਾ ਇੱਕ ਬੰਦਾ ਹੁੰਦਾ। ਹਰ ਇਲਾਕੇ 'ਚ ਉਹ ਲੀਡਰ ਨੇ ਇੱਕ ਬੰਦਾ ਤਾਂ ਰੱਖਿਆ ਹੀ ਹੁੰਦਾ ਨਾ, ਕਿ ਮਤਲਬ ਜਿਹਨੇ ਇਲੈਕਸ਼ਨ ਲੜਨੀ ਹੈ, ਉਹਨੂੰ ਪਤਾ ਹੁੰਦਾ ਕਿ ਇਸ ਇਲਾਕੇ 'ਚ ਉਹ ਫਿਰ ਇਹਨਾਂ ਤੱਕ ਮੈਸੇਜ ਪਹੁੰਚਾਉਂਦੇ ਕਿ ਆਹ ਬੰਦਾ। ਫਿਰ ਉਸ ਬੰਦੇ ਨੂੰ ਕੋਸ਼ਿਸ਼ ਕੀਤੀ ਜਾਂਦੀ ਕਿ ਉਹਦੇ ਤੱਕ, ਲੀਡਰ ਤੱਕ ਮਿਲਾਉਣ ਦੀ, ਕਿ ਉਹ ਕਿਵੇਂ ਦਾ ਵਾ। ਜੇ ਤਾਂ ਲੀਡਰ ਦੇ ਮਿਲਣ ਨਾਲ ਉਹਦੀ ਛਵੀ ਨਹੀਂ ਖਰਾਬ ਹੁੰਦੀ ਲੀਡਰ ਦੀ, ਫਿਰ ਕੋਸ਼ਿਸ਼ ਕੀਤੀ ਜਾਂਦੀ ਕਿ ਲੀਡਰ ਨੇ ਉਹਨੂੰ ਮੈਸੇਜ ਲਾ ਦੇਣਾ ਕਿ ਉਹਨੂੰ ਥੱਲੇ ਥੱਲੇ ਯੂਜ਼ ਕਰ ਲਾ ਯਾਰ, ਕਿ ਮੇਰੇ ਤੱਕ ਨਾ ਪਹੁੰਚਾਏ, ਕਿ ਕੱਲ੍ਹ ਨੂੰ ਮੀਡੀਆ 'ਚ ਆਵਾਂਗੇ ਅਤੇ ਕੋਈ ਰੌਲਾ ਪਊਗਾ। ਅਤੇ ਜੇ ਉਵੇਂ ਦਾ ਉਹ ਇਸ ਪੋਜੀਸ਼ਨ ਤੱਕ ਨਹੀਂ ਆ, ਮਤਲਬ ਉਹਦਾ ਮਤਲਬ ਇਹਦਾ ਸਟੇਟਸ ਨਹੀਂ ਆ ਕਿ ਜ਼ਿਆਦਾ ਮਸ਼ਹੂਰ ਨਹੀਂ ਗਾ, ਜ਼ਿਆਦਾ ਬਦਨਾਮ ਨਹੀਂ ਗਾ, ਫਿਰ ਲੀਡਰ ਨੂੰ ਡਾਇਰੈਕਟ ਆਪ ਮਿਲ ਲੈਂਦੇ। ਮਿਲਣ ਤੋਂ ਬਾਅਦ ਇਹੀ ਹੈ ਕਿ ਮਤਲਬ ਬੰਦੇ ਨੂੰ ਉਸ ਟਾਈਮ ਲੱਗਦਾ ਕਿ ਯਾਰ ਮੈਂ ਲੀਡਰ ਨੂੰ ਮਿਲ ਲਿਆ, ਕੋਈ ਗੱਲ ਨਹੀਂ, ਮੈਂ ਘਰ ਵਾਲੀ ਗੱਲ ਹੈ, ਜੋ ਜਿਵੇਂ ਲੀਡਰ ਦੱਸਦੇ ਆ ਕਿ ਤੂੰ ਸਾਡਾ ਪਰਿਵਾਰ ਆ, ਜੇ ਮੇਰੇ 2 ਮੁੰਡੇ ਤੀਜਾ ਤੂੰ ਆ, ਐਵੇਂ ਦੀਆਂ ਬੜੀਆਂ ਗੱਲਾਂ ਕਰਦੇ ਲੀਡਰ। ਅਤੇ ਪਰ ਜਦੋਂ ਸਾਡੇ 'ਤੇ ਕੋਈ ਪਰੇਸ਼ਾਨੀ ਪੈਂਦੀ ਆ, ਜਾਂ ਜਦੋਂ ਸਾਨੂੰ ਕੋਈ ਕੰਮ ਪੈਂਦਾ, ਜਾਂ ਅਸੀਂ ਥੋੜ੍ਹਾ ਜਿਹਾ ਉੱਪਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਕੋਈ ਨਾ ਕੋਈ ਕੁਰਸੀ ਮੰਗ ਲਈ, ਮੰਨ ਲਓ ਕਿ ਲੀਡਰ ਹੈ, ਉਹਨੂੰ ਤੁਸੀਂ ਕਹਿ ਤਾ ਮੈਨੂੰ ਕਾਉਂਸਲਰ ਲਾ ਦਿਓ, ਸੀਟ ਦੇ ਦਿਓ, ਜਾਂ ਮੈਨੂੰ ਕੋਈ ਚੇਅਰਮੈਨੀ ਦੇ ਦਿਓ, ਉਦੋਂ ਫਿਰ ਉਹਨਾਂ ਦੇ ਜਿਹੜਾ ਅਸਲੀ ਰੂਪ ਦਾ ਪਤਾ ਲੱਗਦਾ ਕਿ ਮਤਲਬ ਇਹ ਕੀ ਆ। ਫਿਰ ਜਿਹੜੀਆਂ ਤੁਹਾਡੀਆਂ ਕੁੰਡੀਆਂ ਹੁੰਦੀਆਂ, ਉਹਨਾਂ ਨੂੰ ਪਰਚਿਆਂ ਦੇ ਰੂਪ 'ਚ ਬਦਲ ਦਿੱਤਾ ਜਾਂਦਾ ਦਿਨਾਂ ਦੇ ਵਿੱਚ ਹੀ। ਕਿਉਂਕਿ ਆਪਾਂ ਜਦੋਂ ਇਕੱਠੇ ਬੈਠਦੇ ਹਾਂ, ਕੋਈ ਨਾ ਕੋਈ ਗੱਲ ਆਪਾਂ ਕਰਦੇ ਹਾਂ, ਕੋਈ ਗਲਤੀ ਹੋਈ ਹੁੰਦੀ ਉਹਨਾਂ ਨਾਲ ਸ਼ੇਅਰ ਕਰਦੇ, ਉਹ ਫਿਰ ਉਨੀ ਦੇਰ ਤੱਕ ਹੋਲਡ ਰੱਖੀਆਂ ਜਾਂਦੀਆਂ। ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਉਹਨਾਂ ਕੋਲ ਮੰਗ ਰੱਖਦੇ ਆ, ਜਾਂ ਉਹਨਾਂ ਨੂੰ ਲੱਗਦਾ ਕਿ ਇਹਨੇ ਮੇਰੇ ਹੱਥੋਂ ਨਿਕਲ ਜਾਣਾ, ਉਹ ਫਿਰ ਨਾਲ ਹੀ ਜੋ ਕੁਛ ਹੁੰਦਾ ਉਹ ਨਾਲ ਹੀ ਪਰਚਿਆਂ 'ਚ ਬਦਲ ਜਾਂਦਾ। ਹਾਂਜੀ, ਮਤਲਬ ਬੜੇ ਸ਼ੈਤਾਨ ਹੁੰਦੇ ਆ ਲੀਡਰ, ਹੈਂ। ਅੱਛਾ ਬਈ, ਚੋਣਾਂ ਦੌਰਾਨ ਕਦੀ ਤੁਹਾਨੂੰ ਕਿਸੇ ਦਾ ਫੋਨ ਆਇਆ ਕਿ ਮੈਨੂੰ ਮੇਰੀ ਹੈਲਪ ਕਰ? ਕਿਉਂਕਿ ਤੁਸੀਂ ਦੱਸਦੇ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਜਾਂ ਵੱਡੇ ਵੱਡੇ ਲੀਡਰ ਤੁਹਾਨੂੰ ਫੋਨ ਕਰਦੇ ਰਹੇ ਨੇ ਜੇਲ੍ਹਾਂ ਅੰਦਰ। ਬਿਲਕੁਲ ਬਿਲਕੁਲ, ਸਾਰੇ, ਕੋਈ ਐਵੇਂ ਦਾ ਲੀਡਰ ਨਹੀਂ ਹੋਊਗਾ ਕਿ ਜਿਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਹੋਊਗੀ ਜਾਂ ਮੇਰੀ ਹੈਲਪ ਨਹੀਂ ਹੋਊਗੀ, ਕੋਈ ਵੀ ਹੋਵੇ। ਮਤਲਬ ਜੇ ਮੈਂ ਨਾਂ ਲੈਣ 'ਤੇ ਆਵਾਂ ਤਾਂ ਮਤਲਬ ਲਗਭਗ ਮਾਝੇ ਦੇ ਸਾਰਿਆਂ ਦੇ ਲੈ ਸਕਦਾ, ਜਿੰਨੇ ਜਿੰਨੇ ਵੀ ਇੱਥੋਂ ਇਲੈਕਸ਼ਨ ਲੜੀ ਹੈ, ਚਾਹੇ ਕੋਈ ਵੀ ਲੀਡਰ ਹੋਵੇ। ਅਤੇ ਪਰ ਵੈਸੇ ਗੱਲ ਇਹ ਕਿ ਜਿਵੇਂ ਹੁਣ ਗੱਲ ਜਿਹੜੇ ਲੀਡਰ ਮਤਲਬ ਵਰਤਣ ਤੋਂ ਬਾਅਦ ਸਾਨੂੰ ਗੈਂਗਸਟਰ ਦੱਸਦੇ ਆ ਜਾਂ ਕੁਛ, ਮੈਂ ਸਾਰਿਆਂ ਦੀ ਗੱਲ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ। ਕਈਆਂ ਨੂੰ ਇਸ ਚੀਜ਼ ਦਾ ਅਹਿਸਾਸ ਵੀ ਆ, ਕਈ ਜਿਹੜੇ ਮੇਰੇ ਨਾਲ ਮਿਲੇ ਆ ਉਹਨਾਂ ਨੂੰ ਮੇਰੇ ਨੇਚਰ ਬਾਰੇ ਵੀ ਪਤਾ ਕਿ ਐਵੇਂ ਦਾ ਕੁਛ ਹੈ ਨਹੀਂ ਗਾ। ਅਤੇ ਪਰ ਕਿਤੇ ਨਾ ਕਿਤੇ ਫਿਰ ਜਿਹੜਾ ਵਿਰੋਧੀ ਧਿਰ ਹੁੰਦਾ ਵਾ, ਉਹ ਇਸ ਚੀਜ਼ ਨੂੰ ਬੜਾ ਉਛਾਲਦਾ ਵਾ, ਉਹਦੇ ਕਰਕੇ ਥੋੜ੍ਹਾ ਜਿਹਾ ਉਹ ਓਪਨ ਹੋਣ 'ਚ ਝੱਕਦੇ ਆ ਕਿ ਯਾਰ ਮਤਲਬ ਕਿ ਵਿਰੋਧੀ ਧਿਰ, ਜਿਵੇਂ ਕਿ ਮਤਲਬ ਕਾਫੀ ਲੀਡਰ ਨੇ ਜਿਨ੍ਹਾਂ ਦੀ ਮੈਂ ਸਪੋਰਟ ਵੀ ਕਰਦਾ, ਪਰ ਥੋੜ੍ਹਾ ਜਿਹਾ ਓਪਨਲੀ ਥੋੜ੍ਹਾ ਝੱਕ ਜਾਂਦੇ ਕਿ ਨਹੀਂ, ਮਤਲਬ ਕਿ ਵਿਰੋਧੀ ਧਿਰ ਨੂੰ ਮੌਕਾ ਨਾ ਮਿਲੇ ਕੋਈ। ਪਰ ਐਵੇਂ ਦੀ ਕੋਈ ਗੱਲ ਨਹੀਂ, ਵੇਖੋ ਕੋਈ ਵੀ ਲੀਡਰ ਹੈ, ਲੀਡਰ ਨੇ ਸਮਾਜ 'ਚ ਵਿਚਰਨਾ ਹੁੰਦਾ, ਅਤੇ ਉਹਨਾਂ ਦਾ ਮਤਲਬ ਹੁੰਦਾ ਲੀਡਰ ਦਾ ਕਿ ਵੇਖੋ ਕੋਈ ਵੀ ਹੈ, ਚਾਹੇ ਮੈਂ ਵਾਂ,
ਕੋਈ ਵੀ ਗੈਂਗਸਟਰ ਆ ਜਾਂ ਕੋਈ ਵੀ ਮਤਲਬ ਕਿਸੇ ਕੋਲ ਗਲਤੀ ਹੋਈ ਆ, ਲੀਡਰ ਕੋਲ ਕੋਈ ਜਾਂਦਾ ਵਾ, ਜਾਂ ਲੀਡਰ ਦਾ ਮਤਲਬ ਹੁੰਦਾ ਕਿ ਉਹਨੂੰ ਸਮਝਾਉਣ ਲਈ ਵੀ ਲੀਡਰ ਬੁਲਾ ਸਕਦਾ ਕਿ ਚੱਲ ਕਾਕਾ ਤੂੰ ਛੱਡ, ਜੋ ਪਿੱਛੇ ਹੋ ਗਿਆ ਜਾਂ ਤੂੰ ਖਤਮ ਕਰ, ਅੱਗੇ ਤੋਂ ਅਸੀਂ ਤੇਰੀ ਹੈਲਪ ਕਰਾਂਗੇ, ਤੂੰ ਕੋਈ ਗਲਤੀ ਨਾ ਕਰਾ। ਕੁਛ ਲੀਡਰ ਇੱਦਾਂ ਦੇ ਵੀ ਹੈਗੇ, ਅਤੇ ਕੁਛ ਲੀਡਰਾਂ ਨੂੰ ਇਹ ਹੁੰਦਾ ਕਿ ਗਲਤ ਰਾਏ ਪਿਆ ਤੈਨੂੰ ਹੋਰ ਮਤਲਬ ਬਦਨਾਮ ਕਰੋ। ਇਸ ਕਰਕੇ ਜਿਹੜਾ ਲੀਡਰਾਂ ਨੂੰ ਵੀ ਚਾਹੀਦਾ ਕਿ ਵੇਖੋ ਵੋਟਾਂ ਟਾਈਮ ਤਾਂ ਮਤਲਬ ਮੁੰਡਿਆਂ ਨੂੰ ਨਾਲ ਰੱਖਦੇ ਆ, ਅਤੇ ਵੋਟਾਂ ਤੋਂ ਬਾਅਦ ਉਹੀ ਮੁੰਡਿਆਂ ਨੂੰ ਗੈਂਗਸਟਰ ਵੀ ਦੱਸਦੇ ਆ, ਜਾਂ ਮਤਲਬ ਪੁਲਿਸ ਨੂੰ ਵੀ ਕਹਿ ਦਿੰਦੇ ਦਬਾਅ ਬਣਾ ਕੇ ਕਿ ਇਹਨਾਂ ਨੂੰ ਮਤਲਬ ਅਰੈਸਟ ਕਰੋ ਜਾਂ ਇਹਨਾਂ 'ਤੇ ਪਰਚੇ ਪਾਓ। ਅਤੇ ਇਹ ਚੀਜ਼ਾਂ ਥੋੜ੍ਹੀਆਂ ਜਿਹੜੀਆਂ ਲੀਡਰਾਂ ਵਾਸਤੇ, ਹਰ ਕਿਸੇ ਲੀਡਰ ਨੂੰ ਸੋਚਣਾ ਚਾਹੀਦਾ। ਵੇਖੋ ਜੋ ਤੁਸੀਂ ਬੀਜਣਾ ਵੱਢਣਾ ਉਹੀ ਹੈ, ਐਂਡ ਹੋਣਾ ਇਹਨਾਂ ਨਾਲ ਵੀ ਇਹੀ ਹੈ। ਜਿੰਨੇ ਕਿਸੇ ਨਾਲ ਜੋ ਕੀਤਾ, ਵੇਖੋ ਜੇ ਅਸੀਂ ਕੁਛ ਗਲਤੀਆਂ ਕੀਤੀਆਂ ਸੀਗੀਆਂ ਤਾਂ ਅਸੀਂ ਵੀ 8-10 ਸਾਲ ਜੇਲ੍ਹ ਹੰਢਾਈ, ਮਤਲਬ 8 ਸਾਲ ਮੈਂ ਵੀ ਜੇਲ੍ਹ 'ਚ ਰਿਹਾ, ਅਤੇ ਉਹਨੂੰ ਮੌਕਾ ਤਾਂ ਮੈਂ ਪਹਿਲੇ ਵੀ ਕਹਿ ਚੁੱਕਾ, ਮੌਕਾ ਤਾਂ ਅਸੀਂ ਦਿੱਤਾ ਨਾ, ਚਾਹੇ ਉਹਦੇ ਵਿੱਚ ਲੀਡਰਾਂ ਨੇ ਸਾਨੂੰ ਜ਼ਿਆਦਾ ਪਰੇਸ਼ਾਨ ਕੀਤਾ, ਪਰ ਮੌਕਾ ਅਸੀਂ ਦਿੱਤਾ। ਜਦੋਂ ਅਸੀਂ ਇਲੈਕਸ਼ਨ ਲੜਨ ਦੀ ਗੱਲ ਸੋਚੀ, ਮਾਤਾ ਜੀ ਨੂੰ ਆਜ਼ਾਦ ਇਲੈਕਸ਼ਨ ਲੜਾਏ, ਉਸ ਤੋਂ ਬਾਅਦ ਫਿਰ ਬਸ ਅਸੀਂ ਗੈਂਗਸਟਰ ਹੋ ਗਏ ਸੀ। ਹਾਂਜੀ, ਪਹਿਲਾਂ ਤੱਕ ਸਹੀ ਸੀ। ਅੱਜ ਕਿੰਨੇ ਤੁਹਾਡੇ 'ਤੇ ਕੇਸ ਚੱਲ ਰਹੇ? ਹੁਣ ਤਾਂ ਮੇਰੇ ਖਿਆਲ ਨਾਲ ਹੁਣ 7-8 ਸ਼ਾਇਦ ਚੱਲ ਰਹੇ ਹੋਣਗੇ, ਬਾਕੀ ਬਰੀ ਹੋ ਗਏ ਜ਼ਿਆਦਾਤਰ। ਹਾਂ, ਜਾਂ ਸਾਰੇ ਕੇਸ ਬਰੀ ਹੋ ਗਏ, ਜਿਹੜੇ ਹੁਣ 5-7 ਚੱਲ ਰਹੇ ਉਹਨਾਂ 'ਚ ਮੈਂ ਮਤਲਬ ਜ਼ਮਾਨਤ 'ਤੇ ਹੈ। ਅੱਛਾ ਬਾਈ, ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਗੱਲ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਲੀਡਰ ਜਿਸ ਤਰੀਕੇ ਮੀਡੀਆ ਨਾਲ ਵੀ ਰੋਸ ਰਿਹਾ। ਮੀਡੀਆ ਨਾਲ ਕੁਝ ਜ਼ਿਆਦਾ ਨਹੀਂ, ਬਸ ਇਹੀ ਮੈਂ ਮੀਡੀਆ ਨੂੰ ਮੈਂ ਜਦੋਂ ਪੇਸ਼ੀ ਤੋਂ ਵੀ ਉਹਨਾਂ ਨਾਲ, ਚਲੋ ਮੀਡੀਆ ਵਾਲੇ ਮੇਰੇ ਨਾਲ ਸਾਰੇ ਪਿਆਰ ਕਰਦੇ, ਕਿਉਂਕਿ ਮੀਡੀਆ ਨੂੰ ਗਰਾਊਂਡ ਲੈਵਲ 'ਤੇ ਪਤਾ ਹੁੰਦਾ, ਹਰ ਚੀਜ਼ ਦਾ ਪਤਾ ਹੁੰਦਾ ਮੀਡੀਆ ਨੂੰ। ਪਰ ਕੁਛ ਗੱਲਾਂ ਇਹ ਕਿ ਜਦੋਂ ਮੀਡੀਆ ਕਿਸੇ ਲੀਡਰ ਦੀ ਬਾਈਟ ਲੈਂਦੀ ਆ ਜਾਂ ਕੁਛ ਲੈਂਦੇ ਆ, ਅਤੇ ਕੁਛ ਲੋਕ ਮਤਲਬ ਕਰ ਵੀ ਜਾਂਦੇ, ਲੀਡਰ ਦੀ ਪੱਖ ਵੀ ਕਰ ਜਾਂਦੇ ਕੁਛ, ਪਰ ਜ਼ਿਆਦਾਤਰ ਮੀਡੀਆ ਨੂੰ ਜਿਹੜਾ ਅਸਲੀਅਤ ਦਾ ਪਤਾ ਹੁੰਦਾ ਮੀਡੀਆ ਨੂੰ। ਮਤਲਬ ਮੀਡੀਆ ਇੱਕ ਐਵੇਂ ਦੀ ਚੀਜ਼ ਆ ਕਿ ਇੱਕ ਬਹੁਤ ਵੱਡਾ ਬਦਲਾਅ ਆ ਸਕਦਾ ਜੇ ਮੀਡੀਆ ਬਿਲਕੁਲ ਆਜ਼ਾਦ ਹੋਣੀ ਚਾਹੀਦੀ ਸਾਡੇ ਦੇਸ਼ ਦੀ। ਕਿ ਜਿਵੇਂ ਕਿ ਮੀਡੀਆ 'ਤੇ ਵੀ ਪਿੱਛੇ ਜੇ ਕਈ ਸਾਡੇ ਲੀਡਰਾਂ ਨੇ ਮੀਡੀਆ ਨੂੰ ਵੀ ਮਾੜਾ ਚੰਗਾ ਬੋਲਿਆ, ਇੱਥੋਂ ਤੱਕ ਕਿ ਕਈ ਲੀਡਰ ਤਾਂ ਮੀਡੀਆ ਦੇ ਹੱਥੀਂ ਤੱਕ ਵੀ ਪਏ, ਵੀਡੀਓ ਵੀ ਬਣੀਆਂ ਪਈਆਂ, ਅਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਫਿਰ ਇਨਸਾਨ ਜਿਹੜਾ ਨੋਰਮਲ ਇਨਸਾਨ ਹੁੰਦਾ ਇਹਨਾਂ ਚੀਜ਼ਾਂ ਤੋਂ ਡਰ ਜਾਂਦਾ ਨਾ, ਕਿ ਮਤਲਬ ਕਿ ਵੱਡਾ ਲੀਡਰ ਆ, ਮੈਂ ਇਹਦੇ ਖਿਲਾਫ ਕੋਈ ਗੱਲ ਕਰੂੰਗਾ ਅਤੇ ਪਤਾ ਨਹੀਂ ਕੀ ਕਰਵਾ ਦੂਗਾ, ਕਿਉਂਕਿ ਲੀਡਰਾਂ ਕੋਲ ਤਾਂ ਫਿਰ ਸਾਰਾ ਕੁਛ ਹੀ ਆ, ਪੁਲਿਸ ਵੀ ਉਹਨਾਂ ਦੀ ਅਤੇ ਗੁੰਡੇ ਵੀ ਉਹਨਾਂ ਦੇ। ਅਤੇ ਮਤਲਬ ਜੇ ਪੁਲਿਸ ਕੁਛ ਸ਼ਿਕਾਇਤ ਕਰੋਗੇ, ਗੁੰਡੇ ਆ ਗਏ, ਅਤੇ ਉਹਨੇ ਵੀ ਉਹਦੀ ਸੁਣਨੀ ਅਤੇ ਉਹਨਾਂ ਨੇ ਵੀ ਉਹਦੀ ਸੁਣਨੀ, ਫਿਰ ਬੰਦਾ ਆਮ ਇਨਸਾਨ ਜਿਹੜਾ ਥੋੜ੍ਹਾ ਜਿਹਾ ਦਬ ਕੇ ਰਹਿ ਜਾਂਦਾ। ਇਸ ਕਰਕੇ ਮੀਡੀਆ ਜੇ ਬਿਲਕੁਲ ਆਜ਼ਾਦ ਹੋ ਕੇ ਕੰਮ ਕਰੇ ਅਤੇ ਫਿਰ ਤਾਂ ਸਾਰਾ ਕੁਛ ਹੀ ਠੀਕ ਹੋ ਸਕਦਾ, ਕਿ ਜਿਹੜਾ ਸਹੀ ਹੈ, ਚਾਹੇ ਮੈਂ ਵੀ ਆਪਣੀ ਵੀ ਗੱਲ ਕਰਦਾ ਕਿ ਚਾਹੇ ਮੈਂ ਵੀ ਜਿੱਥੇ ਗਲਤ ਹਾਂ ਮੈਨੂੰ ਵੀ ਖੁੱਲ੍ਹ ਕੇ ਬੋਲਣ, ਅਤੇ ਜਿੱਥੇ ਮੈਂ ਸਹੀ ਹਾਂ ਪਰ ਉੱਥੇ ਵੀ ਬੋਲਣ। ਇਹ ਨਹੀਂ ਮੈਂ ਕਹਿੰਦਾ ਵੀ ਜਿੱਥੇ ਗਲਤ ਆ ਉੱਥੇ ਬੋਲ ਪਓ, ਜਿੱਥੇ ਮੈਂ ਸਹੀ ਹਾਂ ਉੱਥੇ ਲੀਡਰ ਦੀ ਗੱਲ ਕਰ ਦਿਓ, ਨਹੀਂ ਜੀ ਉਹ ਤਾਂ ਬੁਲਾਰੀਆ ਸਾਹਿਬ ਤਾਂ MLA ਆ, ਸੋਨੂੰ ਤਾਂ ਗੈਂਗਸਟਰ ਆ ਜੀ, ਅਤੇ ਮਤਲਬ ਬੁਲਾਰੀਆ ਸਾਹਿਬ ਦਾ ਸੋਨੂੰ ਦਾ ਕੀ ਮੇਲ ਹੋਇਆ। ਪਰ ਜ਼ਰੂਰੀ ਨਹੀਂ ਕਿ ਹਰ ਥਾਂ ਬੁਲਾਰੀਆ ਸਾਹਿਬ ਹੀ ਸਹੀ ਹੋ ਸਕਦੇ, ਕਿਤੇ ਨਾ ਕਿਤੇ ਅਸੀਂ ਵੀ ਸਹੀ ਹੋ ਸਕਦੇ। ਇਸ ਕਰਕੇ ਜਿੱਥੇ ਮੈਂ ਸਹੀ ਹਾਂ ਉੱਥੇ ਮੈਨੂੰ ਸਹੀ ਕਹਿਣ, ਜਿੱਥੇ ਉਹ। ਅੱਜ ਬੁਲਾਰੀਆ ਸਾਹਿਬ ਲਈ ਤੁਸੀਂ ਬੋਲ ਰਹੇ ਹੋ, ਕਦੀ ਉਹਨਾਂ ਨੂੰ ਤੁਸੀਂ ਮੁੰਡੇ ਵੀ ਇਕੱਠੇ ਕਰਕੇ ਜਾਂ ਉਹਨਾਂ ਰੈਲੀਆਂ 'ਚ ਭੇਜਦੇ ਰਹੇ? ਬਿਲਕੁਲ ਜੀ, ਬੁਲਾਰੀਆ ਸਾਹਿਬ ਨੂੰ ਵੇਖੋ ਇੱਥੇ ਸਾਡੇ ਕੋਲ ਮੇਰੇ ਘਰ ਵੀ 2 ਵਾਰੀ ਆਏ, ਜਦੋਂ ਹੁਣ ਵੀ ਜਦੋਂ ਇਲੈਕਸ਼ਨ ਸੀਗੀ, ਹੁਣ ਵੀ ਇੱਥੇ ਵੀ ਆਏ ਮਦਦ ਲਈ, ਜਦੋਂ ਪਹਿਲਾਂ ਵੀ ਕਈ ਵਾਰੀ ਮਦਦ ਲਈ ਆਏ ਆ ਔਰ ਕੀਤੀ ਵੀ ਆ। ਅਤੇ ਅੱਜ ਚਲੋ ਸਟੇਜ 'ਤੇ ਖੁੱਲ੍ਹ ਕੇ ਬੋਲਦੇ ਆ ਕਿ ਮੈਂ ਗੈਂਗਸਟਰ ਆ, ਸੋਨੂੰ ਗੈਂਗਸਟਰ ਆ, ਅਤੇ ਪਰ ਮੇਰੇ ਦਿਮਾਗ 'ਚ ਇਹੀ ਗੱਲ ਹੁੰਦੀ, ਫਿਰ ਜਦੋਂ ਅਸੀਂ ਸਾਡੀ ਮਦਦ ਲੈਂਦੇ ਆ ਉਦੋਂ ਵੀ ਇਹਨਾਂ ਨੂੰ ਕਲੀਅਰ ਕਹਿ ਦੇਣਾ ਚਾਹੀਦਾ ਕਿ ਨਹੀਂ ਯਾਰ ਉਹਦਾ ਗੈਂਗਸਟਰ, ਅਸੀਂ ਉਹਦੀ ਮਦਦ ਨਹੀਂ ਲੈ ਸਕਦੇ, ਕਿ ਅਸੀਂ ਉਹਦੇ ਕੋਲ ਵੋਟਾਂ ਨਹੀਂ ਲੈ ਸਕਦੇ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਆਪਣੇ ਕੋਲ ਵੋਟ, ਮੇਰੇ ਕੋਲ ਬਹੁਤ ਮਹਾਰਾਜ ਦੀ ਕਿਰਪਾ। ਵੇਖੋ ਵੋਟ ਹੁੰਦੀ ਪਿਆਰ ਦੀ, ਸਤਿਕਾਰ ਦੀ, ਵੋਟ ਧੱਕੇ ਨਾਲ ਨਹੀਂ ਪੈਂਦੀ। ਇਹਨਾਂ ਨੂੰ ਐਵੇਂ ਲੱਗਦਾ ਸੀਗਾ ਕਿ ਜਦੋਂ ਮੈਂ ਆਪਣੀ ਮਾਤਾ ਜੀ ਨੂੰ ਯਾਦ ਖਿਲਾ ਕਿ ਯਾਰ ਇਹ ਤਾਂ ਮਤਲਬ ਗੈਂਗਸਟਰ ਆ ਅਤੇ ਇਹਨੂੰ ਵੋਟ ਕਿਹਨੇ ਦੇਣੀ, ਇਹਨਾਂ ਦੇ ਦਿਮਾਗ 'ਚ ਐਵੇਂ ਸੀਗਾ। ਇਹਨਾਂ ਨੇ ਉਦੋਂ ਵੀ ਬੁਲਾਰੀਆ ਸਾਹਿਬ ਨੇ ਪੂਰਾ ਜ਼ੋਰ ਲਾਇਆ ਮੈਨੂੰ ਹਰਾਉਣ ਦਾ, ਪ੍ਰਸ਼ਾਸਨ ਵੱਲੋਂ ਵੀ ਆਪਣੇ ਵੱਲੋਂ ਵੀ, ਪਰ ਮਹਾਰਾਜ ਦੀ ਕਿਰਪਾ ਰਹੀ, ਜਿੱਤੇ ਵੀ ਆਜ਼ਾਦ ਹੀ ਜਿੱਤੇ ਪਹਿਲੀ ਵਾਰੀ। ਕੋਈ ਸਾਨੂੰ ਟਿਕਟ ਨਹੀਂ ਸੀ, ਕੋਈ ਸਾਨੂੰ ਮਤਲਬ ਪਾਰਟੀ ਸਪੋਰਟ ਨਹੀਂ ਸੀ, ਔਰ ਨਾ ਹੀ ਸਾਡਾ ਕੋਈ ਰਾਜਨੀਤਿਕ ਲੰਬਾ ਚੌੜਾ ਕੈਰੀਅਰ ਸੀਗਾ। ਮੇਰੇ ਫਾਦਰ ਸਾਹਿਬ ਲੜੇ ਸੀ ਉਦੋਂ, ਅਸੀਂ ਬਹੁਤ ਛੋਟੇ ਸੀਗੇ। ਅੱਛਾ, ਤੁਹਾਡੀ ਗੱਲ ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਰੀਬੀਅਤ ਕਿਵੇਂ ਵਧੀ? ਸੁਖਬੀਰ ਬਾਦਲ ਨਾਲ ਤੁਹਾਡੀ ਕਿਵੇਂ ਲਿਹਾਜ਼ ਹੈ? ਸ਼੍ਰੋਮਣੀ ਅਕਾਲੀ ਦਲ ਨਾਲ ਜਦੋਂ ਇੱਥੇ ਹਲਕੇ ਦੇ ਵਿੱਚ ਬੁਲਾਰੀਆ ਸਾਹਿਬ ਨੇ ਸਿਆਸਤ ਅਕਾਲੀ ਦਲ ਵੱਲੋਂ ਛੱਡੀ, ਅਤੇ ਫਿਰ ਇੱਥੇ ਸਾਡੇ ਤਲਬੀਰ ਸਿੰਘ ਜੀ ਆ ਗਏ, ਅਤੇ ਤਲਬੀਰ ਸਿੰਘ ਜੀ ਜਦੋਂ ਆਏ ਅਤੇ ਚਲੋ ਉਹਨਾਂ ਨੇ ਮਤਲਬ ਮੈਨੂੰ ਉਸ ਦੌਰਾਨ ਮੇਰਾ ਜਿਹੜਾ ਜੀਵਨ 'ਚ ਉਹ 'ਚ ਵੀ ਬਦਲਾਅ ਆ ਚੁੱਕਾ ਸੀਗਾ। ਮਤਲਬ ਕੇਸ ਰੱਖ ਲਏ ਸੀ, ਅਤੇ 2 ਸਾਲ ਮੈਨੂੰ ਆਏ ਨੂੰ ਹੋ ਗਏ ਆ, ਅਤੇ ਉਹ ਤੋਂ 6 ਕੁ ਮਹੀਨੇ ਪਹਿਲਾਂ ਜਿਹੜਾ ਵਾ ਸਾਲ ਕਿ ਤਲਬੀਰ ਸਿੰਘ ਨੂੰ ਇੱਧਰ ਹਲਕੇ 'ਚ ਲਾਇਆ ਗਿਆ, ਅਤੇ ਉਸ ਦੌਰਾਨ ਮੈਂ ਕਾਫੀ ਬਦਲ ਵੀ ਚੁੱਕਾ ਸੀ, ਬਦਲਾਅ ਵੀ ਆ ਚੁੱਕਾ ਸੀਗਾ। ਅਤੇ ਫਿਰ ਜਿਵੇਂ ਵੀ ਮੈਂ ਬਾਹਰ ਆਇਆ ਅਤੇ ਫਿਰ ਤਲਬੀਰ ਸਿੰਘ ਜੀ ਇੱਥੇ ਸੀਗੇ, ਫਿਰ ਉਸ ਦੌਰਾਨ ਫਿਰ ਇੱਦਾਂ ਹੀ ਸਾਰਿਆਂ ਨਾਲ ਮੇਲ ਮਿਲਾਪ ਜਿਹੜਾ ਠੀਕ ਹੋ ਗਿਆ। ਫਿਰ ਚਲੋ ਪਾਰਟੀ ਨੇ ਜ਼ੋਰ ਲਾ ਕੇ ਸਾਡਾ ਮਤਲਬ ਮਾਤਾ ਜੀ ਦੀ ਸੇਵਾ ਨੂੰ ਵੇਖਦੇ ਹੋਏ ਫਿਰ ਟਿਕਟ ਵੀ ਪਾਰਟੀ ਨੇ ਮਾਤਾ ਜੀ ਨੂੰ ਦੇ ਦਿੱਤੀ। ਗੱਠਜੋੜ ਹੋਣ ਤੋਂ ਬਾਅਦ ਜਿਹੜੀ ਬਸਪਾ ਦੀ ਟਿਕਟ ਆ ਮਾਤਾ ਜੀ ਨੂੰ ਸੈਂਟਰ ਤੋਂ ਦੇ ਦਿੱਤੀ। ਇੱਥੇ ਦੱਖਣੀ ਹਲਕੇ 'ਚ ਸਰਦਾਰ ਤਲਬੀਰ ਸਿੰਘ ਜੀ ਗਿੱਲ ਜਿਹੜੇ ਉਹ ਇਲੈਕਸ਼ਨ ਲੜ ਰਹੇ ਨੇ,
ਤੇ ਔਰ ਜਿਹਦੇ ਕਰਕੇ ਬੁਲਾਰੀਆ ਸਾਹਿਬ ਹਰ ਸਟੇਜ ਤੇ ਜਿਹੜਾ ਵਾ ਉਹ ਗੁੱਸਾ ਮੇਰੇ ਤੇ ਕੱਢਦੇ ਰਹਿੰਦੇ ਕਿਤੇ ਨਾ ਕਿਤੇ ਵੀ ਸੋਨੂੰ ਕੰਗਲਾ ਜੀ, ਸੋਨੂੰ ਕੰਗਲਾ ਉਹ, ਸੋਨੂੰ ਨੇ ਆਹ ਕਰਤਾ, ਸੋਨੂੰ ਨੇ ਉਹ ਕਰਤਾ। ਪਰ ਸਮਾਜ ਨੂੰ ਪਤਾ, ਲੋਕਾਂ ਨੂੰ ਪਤਾ ਵਾ। ਹੁਣ ਵੀ ਕਈ ਥਾਵਾਂ ਤੇ ਜਿਹੜੇ ਸਾਡੇ ਆ ਝੰਡੇ ਝੁੰਡੇ ਜਿਹੜੇ ਲਾਹ ਦਿੱਤੇ ਜਾਂਦੇ ਪ੍ਰਸ਼ਾਸਨ ਵੱਲੋਂ ਵੀ ਲਾਹ ਦਿੱਤੇ ਜਾਂਦੇ ਆ, ਸਾਡੀਆਂ ਗੱਡੀਆਂ ਵੀ ਕਾਫੀ ਰੋਕੀਆਂ ਜਾਂਦੀਆਂ। ਤੇ ਕਿਉਂਕਿ ਵੇਖੋ ਪਾਵਰ 'ਚ ਨੇ, ਡਿਪਟੀ CM ਨੇ, ਪਰ ਮੈਨੂੰ ਫਿਰ ਵੀ ਪਤਾ ਕਿ ਮੇਰਾ ਝੰਡਾ ਕਿਤੇ ਲੱਗੇ, ਚਾਹੇ ਬੋਰਡ ਕਿਤੇ ਲੱਗੇ ਚਾਹੇ ਨਾ ਲੱਗੇ। ਵੋਟਾਂ ਦਾ ਮੈਨੂੰ ਯਕੀਨ ਹੈ ਕਿ ਵੋਟ ਮੈਨੂੰ ਪੈਣੀ, ਕਿਉਂਕਿ ਵੋਟ ਝੰਡੇ ਲਾਉਣ ਨਾਲ ਤਾਂ ਵੋਟ ਪੈਂਦੀ ਨਹੀਂ। ਜੇ ਝੰਡੇ ਲਾਉਣ ਨਾਲ ਵੋਟ ਪੈਂਦੀ ਹੋਈ ਤਾਂ ਅਸੀਂ ਵੀ 10-20 ਹਜ਼ਾਰ ਝੰਡਾ ਸਾਰੇ ਕਿਤੇ ਲਵਾ ਦਈਏ। ਅੱਛਾ ਬਾਈ, ਵਿਕਰਮ ਮਜੀਠੀਆ ਉਹਨਾਂ ਨਾਲ ਤੁਹਾਡੀ ਕਿਵੇਂ ਹੈਗੀ? ਵੇਖੋ ਪਾਰਟੀ ਤੌਰ 'ਤੇ ਸਾਰਿਆਂ ਨਾਲ ਠੀਕ ਆ ਕਿ ਮਤਲਬ ਮਾਤਾ ਜੀ ਜਿਹੜੇ ਆ ਮੇਰੇ ਚਾਚੀ ਜੀ ਇਲੈਕਸ਼ਨ ਲੜੇ ਸੀ, ਮਤਲਬ ਅਸੀਂ ਤਾਂ ਪਹਿਲਾਂ ਤੇ ਬਾਅਦ 'ਚ ਇਹਨਾਂ ਨੂੰ ਕਾਂਗਰਸ 'ਚ ਅਕਾਲੀ ਦਲ 'ਚ ਸ਼ਾਮਲ ਕਰਵਾਤਾ। ਕਾਂਗਰਸ ਦੀ ਸੀਟ 'ਤੇ ਬੁਲਾਰੀਏ ਨੇ ਟਿਕਟ ਦਿੱਤੀ ਸੀ ਚਾਚੀ ਮੇਰੀ ਨੂੰ। ਅਤੇ ਫਿਰ ਜਦੋਂ ਅਸੀਂ ਅਕਾਲੀ ਦਲ 'ਚ ਆਏ ਅਤੇ ਫਿਰ ਚਾਚੀ ਮੇਰੀ ਸੀਗੀ, ਉਹ ਵੀ ਕੌਂਸਲਰ ਸੀਗੇ ਮੌਜੂਦਾ, ਉਹ ਵੀ ਅਕਾਲੀ ਦਲ 'ਚ ਆ ਗਏ। ਅਤੇ ਉਹ ਮੌਜੂਦਾ ਸੀਟ ਛੱਡ ਕੇ ਅਸੀਂ ਜਦੋਂ ਅਕਾਲੀ ਦਲ 'ਚ ਸ਼ਾਮਲ ਹੋਏ, ਉਹਦੇ ਇਸ ਕਰਕੇ ਅਕਾਲੀ ਦਲ 'ਚ ਸਾਡਾ ਵਧੀਆ ਮਾਨ ਸਨਮਾਨ ਜਿਹੜਾ ਬਣ ਗਿਆ। ਇਸ ਕਰਕੇ ਉਦੋਂ ਕੋਈ ਵੀ ਸਾਨੂੰ ਦਿੱਕਤ ਪਰੇਸ਼ਾਨੀ ਹੁੰਦੀ ਸੀ ਅਤੇ ਸਾਡੇ ਹਲਕਾ ਵਿਧਾਇਕ ਜਿਹੜੇ ਮੌਜੂਦਾ ਜਿਹੜੇ ਉਮੀਦਵਾਰ ਨੇ ਇੱਥੋਂ ਹਲਕੇ ਦੇ ਇੰਚਾਰਜ ਲਾਏ ਪਏ ਨੇ, ਇਸ ਟਾਈਮ ਇਲੈਕਸ਼ਨ ਵੀ ਉਹੀ ਲੜ ਰਹੇ ਨੇ ਹਲਕਾ ਦੱਖਣੀ ਤੋਂ, ਉਹਨਾਂ ਨੂੰ ਕੋਈ ਵੀ ਪ੍ਰੋਬਲਮ ਦੀ ਉਹਨਾਂ ਨੂੰ ਦੱਸੀ ਦੀ ਸੀ, ਉਹ ਸਾਡੀ ਕੋਈ ਵੀ ਗੱਲ ਉਹ ਮਜੀਠੀਆ ਸਾਹਿਬ ਤੱਕ ਮਤਲਬ ਪਹੁੰਚਾਉਂਦੇ ਸੀ। ਅਤੇ ਐਵੇਂ ਮਤਲਬ ਪਾਰਟੀ ਤੌਰ 'ਤੇ ਮਤਲਬ ਸਾਰਿਆਂ ਨੇ ਫਿਰ ਕਿਉਂਕਿ ਉਹਨਾਂ ਦੀ ਵੀ ਟੱਕਰ ਬੜੀ ਜ਼ਬਰਦਸਤ ਹੋਈ ਪਈ, ਨਵਜੋਤ ਸਿੱਧੂ ਬਨਾਮ ਵਿਕਰਮ ਮਜੀਠੀਆ। ਕਿਵੇਂ ਦੇਖਦੇ ਹੋ ਤੁਸੀਂ? ਉਹ ਹਲਕੇ 'ਚ ਵੀ ਗਏ ਹੋਣਗੇ ਉਹਨਾਂ ਦੇ। ਹਾਂਜੀ ਬਿਲਕੁਲ ਸਾਰਿਆਂ ਦੀ ਡਿਊਟੀ ਲੱਗਦੀ ਹੈ, ਸਾਰੇ ਜਾਂਦੇ ਆ ਹਲਕੇ ਦੇ ਵਿੱਚ। ਮਤਲਬ ਇਸ ਕਰਕੇ ਜਿਹੜੀ ਉਹ ਟੱਕਰ ਹੈ ਤਾਂ ਵਾਕਈ ਬਹੁਤ ਦਿਲਚਸਪ ਆ। ਮਤਲਬ ਸਾਰੇ ਸ਼ਹਿਰ ਦੀ ਨਿਗਾਹ ਜਿਹੜੀ ਮਤਲਬ ਉਹ ਸੀਟ 'ਤੇ ਆ, ਸ਼ਹਿਰ ਦੀ ਪੂਰੇ ਪੰਜਾਬ ਦੀ ਕਹਿ ਸਕਦੇ ਹਾਂ। ਕਿਉਂਕਿ ਜਿਹੜੀਆਂ ਬਾਕੀ ਸੀਟਾਂ ਵਾ, ਚਾਹੇ ਉਹ ਸੁਖਬੀਰ ਬਾਦਲ ਜੀ ਦੀ ਆ, ਚਾਹੇ ਬਾਦਲ ਸਾਹਿਬ ਦੀ ਆ, ਜਿੰਨੇ ਵੀ ਵੱਡੇ ਚਿਹਰੇ ਆ, ਚਾਹੇ ਉਹ ਕਿਸੇ ਵੀ ਪਾਰਟੀ ਵੱਲੋਂ, ਉਹ ਕਲੀਅਰ ਜੀਆਂ ਵਨ ਸਾਈਡ ਹੀ ਆ ਨਾ। ਅਤੇ ਬਸ ਜਿਹੜੀ ਇਹ ਸੀਟ ਆ, ਇਹ 'ਤੇ ਪੂਰਾ ਜਿਹੜਾ ਮਤਲਬ ਮੁਕਾਬਲਾ ਬਣਿਆ ਪਿਆ ਵਾ ਔਰ ਹਰ ਕਿਸੇ ਦੀ ਨਿਗਾਹ ਜਿਹੜੀ ਇਸ ਸੀਟ 'ਤੇ ਹੈ। ਅੱਛਾ, ਆਖਰੀ ਸਵਾਲ, ਤੁਹਾਡੇ ਹਲਕੇ ਵਾਲੇ ਲੋਕ ਜਿਨ੍ਹਾਂ ਨੇ ਵੋਟ ਪਾਉਣ ਦੇ ਲਈ ਤੁਹਾਨੂੰ ਦੇਖਣਾ ਜਾਂ ਤੁਹਾਡੇ ਵਿਰੋਧੀਆਂ ਨੂੰ ਦੇਖਣਾ, ਕੀ ਕਹਿੰਦੇ ਹੋ ਉਹਨਾਂ ਨੂੰ? ਜੇ ਜਿੱਤਦੇ ਹੋ, ਕਿਹੜੇ ਕੰਮ ਨੇ ਜਿਹੜੇ ਤੁਸੀਂ ਮੰਨ ਕੇ ਚੱਲਦੇ ਹੋ ਕਿ ਇਹ ਮੇਰੇ ਹਲਕੇ 'ਚ ਹੋਣਗੇ? ਸਭ ਤੋਂ ਪਹਿਲਾਂ ਤਾਂ ਵੇਖੋ ਜਿਹੜੇ ਸਾਡੇ ਗਰੀਬ ਪਰਿਵਾਰ ਨੇ, ਉਹਨਾਂ ਨੂੰ ਮਤਲਬ 2-3 ਚੀਜ਼ਾਂ ਦੀ ਜ਼ਰੂਰਤ ਹੁੰਦੀ, ਜ਼ਰੂਰੀ ਨਾ, ਜਿਹੜਾ ਮਤਲਬ ਇੱਕ ਤਾਂ ਪਾਣੀ ਦੀ ਕਹਿ ਲਓ ਮਤਲਬ, ਅਤੇ ਜਿਵੇਂ ਨੀਲੇ ਕਾਰਡ ਆ ਕਾਫੀ ਲੋਕਾਂ ਦੇ ਇਕੱਠੇ ਪਏ ਨੇ, ਜਿਨ੍ਹਾਂ ਦੇ ਹੈਗੇ ਨੇ ਉਹਨਾਂ ਨੂੰ ਜਿਵੇਂ ਕਿਸੇ ਦੇ ਮਤਲਬ ਜਿੰਨੀ ਕੁਆਂਟਿਟੀ 'ਚ ਉਹਨਾਂ ਨੂੰ ਰਾਸ਼ਨ ਮਿਲਣਾ ਵਾ, ਬੜੀ ਕੰਪਲੇਂਟ ਹੁੰਦੀ ਹੈ ਕਿ ਉਹਨਾਂ ਰਾਸ਼ਨ ਮਿਲਦਾ ਨਹੀਂ ਗਾ। ਜਿਵੇਂ ਕਿਸੇ ਨੂੰ 2 ਤੋੜੇ ਕਹਿ ਲਓ ਜਾਂ 3 ਤੋੜੇ ਮਿਲਣੇ ਆ, ਉਹਨੂੰ 4 ਵਾਲੇ ਨੂੰ 3 ਦਿੱਤੇ ਜਾਂਦੇ ਆ, 2 ਵਾਲੇ ਨੂੰ 1.5 ਦਿੱਤਾ ਜਾਂਦਾ। ਐਵੇਂ ਕਰਕੇ ਜਿੰਨੇ ਪਰਿਵਾਰ ਦੇ ਜੀਆਂ ਦੇ ਹਿਸਾਬ ਨਾਲ ਮਿਲਦੀ ਨਾ ਕਣਕ। ਅਤੇ ਇਹ ਐਵੇਂ ਦੀ ਪ੍ਰੋਬਲਮ ਆ ਜਿਹੜੀ ਮਤਲਬ ਪਾਣੀ ਦੀ, ਰਾਸ਼ਨ ਦੀ ਜਿਹੜੀ ਪ੍ਰੋਬਲਮ ਆ, ਇਹ ਆ ਇੱਕ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਏਰੀਏ 'ਚ ਸੀਵਰੇਜ ਦੀ ਹੈਗੀ। ਹਲਕੀ ਜਿਹੀ ਬਾਰਿਸ਼ ਹੋਣ ਤੋਂ ਬਾਅਦ ਸੀਵਰੇਜ ਬਲੋਕ ਹੋ ਜਾਂਦੇ ਆ ਅਤੇ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਪਹੁੰਚ ਜਾਂਦਾ। ਅਤੇ ਉਹ ਇੱਕ ਬੜੀ ਨਰਕ ਦੀ ਜ਼ਿੰਦਗੀ ਆ। ਕੋਈ ਆਪਣੇ ਘਰ 'ਚ ਹੀ ਪਾਣੀ ਕਿਤੇ ਵੀ ਖੜ੍ਹਾ ਹੁੰਦਾ ਅਤੇ ਬੜੀ ਪ੍ਰੋਬਲਮ ਹੁੰਦੀ। ਇਹਨਾਂ ਚੀਜ਼ਾਂ 'ਤੇ ਜਿਹੜੀ ਮੇਨ ਜਿਹੜੀ ਸਾਡੀ, ਬਾਕੀ ਜ਼ਿਆਦਾ ਜਿਹੜੀ ਸਿਆਸਤ ਜਿੱਤਣ ਤੋਂ ਬਾਅਦ ਲੋਕ ਬਦਲੇ ਦੀ ਰਾਜਨੀਤੀ ਜ਼ਿਆਦਾ ਕਰਦੇ ਆ, ਪਰ ਆਪਣੇ ਮਨ 'ਚ ਇੱਦਾਂ ਦਾ ਕੋਈ ਨਹੀਂ। ਸਾਡੇ ਮਨ 'ਚ ਇਹੀ ਆ ਕਿ ਜਿਹੜਾ ਕੋਈ ਸਾਨੂੰ ਵੋਟ ਪਾਊਗਾ ਉਹਦੀ ਮਦਦ ਕਰਾਂਗੇ, ਜਿਹੜਾ ਨਹੀਂ ਪਾਊਗਾ ਉਹਦੀ ਵੀ ਕਰਾਂਗੇ। ਇਹ ਨਹੀਂ ਕਿ ਯਾਰ ਇਹਨੇ ਸਾਨੂੰ ਨਹੀਂ ਪਾਈ, ਇਹਨੇ ਉਹਨੂੰ ਪਾਈ, ਉਹਨੂੰ ਪਾਈ। ਵੇਖੋ ਜਿਹੜਾ ਲੀਡਰ ਹੁੰਦਾ, ਜੇ ਚੋਣ ਜਿੱਤਦੇ ਹੋ, ਕੱਲ੍ਹ ਨੂੰ ਸੋਨੀ ਸਾਹਿਬ ਨੂੰ ਲੋੜ ਪਏ, ਉਹਨਾਂ ਦੇ ਹਲਕੇ 'ਚ ਉਹਨਾਂ ਦੇ ਲੋਕਾਂ ਦੇ ਸਾਰਿਆਂ ਦੇ ਕੰਮ ਹੋਣ। ਬਿਲਕੁਲ ਸਾਰਿਆਂ ਦੇ ਕਰਾਂਗੇ। ਵੇਖੋ ਇਹ ਨਹੀਂ ਅਸੀਂ ਮਤਲਬ ਬਦਲੇ ਦੀ ਰਾਜਨੀਤੀ ਨਾ, ਅਸੀਂ ਇੱਥੇ ਵੀ ਰਹੇ ਹਾਂ, ਮਾਤਾ ਜੀ ਕੌਂਸਲਰ ਰਹੇ ਆ, ਚਾਹੇ ਸਾਡੀ ਚਾਚੀ ਕੌਂਸਲਰ ਸੀਗੇ, ਮਾਤਾ ਵੀ ਕੰਮ ਕਰਦੇ ਸੀਗੇ, ਪਹਿਲਾਂ ਮਾਤਾ ਜੀ ਵੀ ਰਹੇ ਆ, ਉਸ ਤੋਂ ਬਾਅਦ ਚਾਚੀ ਨੂੰ ਇਲੈਕਸ਼ਨ ਲੜਾਤੀ, ਉਹ ਵੀ ਇੱਥੇ ਵੀ ਅਸੀਂ ਮਤਲਬ ਸਾਨੂੰ ਕਿਸੇ ਨੇ ਵੋਟ ਪਾਈ ਚਾਹੇ ਨਹੀਂ ਪਾਈ, ਅਸੀਂ ਸਾਰਿਆਂ ਸਾਨੂੰ ਸੋ ਕਈ ਲੋਕ ਜਿਹੜੇ ਸਾਡੇ ਵੋਟਰ ਉਹ ਕਹਿ ਦਿੰਦੇ ਕਿ ਯਾਰ ਇਹਨੇ ਉਸ ਟਾਈਮ ਸਾਨੂੰ ਵੋਟ ਨਹੀਂ ਪਾਈ, ਪਰ ਵੇਖੋ ਅਸੀਂ ਕੌਂਸਲਰ ਤਾਂ ਸਾਰੇ ਇਲਾਕੇ ਦੇ ਹੈ ਨਾ। ਇਹ ਥੋੜ੍ਹੀ ਕਿ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਕਿ ਉਹਨਾਂ ਦੇ ਕੌਂਸਲਰ ਹੈ। ਇਸ ਕਰਕੇ ਅਸੀਂ ਉੱਧਰ ਵੀ ਜਿੱਤਦੇ ਹਾਂ ਅਤੇ ਅਸੀਂ ਵਿਧਾਇਕ ਤਾਂ ਪੂਰੇ ਸੈਂਟਰ ਹਲਕੇ ਦੇ ਹੈ ਨਾ। ਇਹ ਨਹੀਂ ਕਿ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਅਸੀਂ ਉਹਨਾਂ ਦੇ MLA ਆ, ਜਿਨ੍ਹਾਂ ਨੇ ਸੋਨੀ ਸਾਹਿਬ ਨੂੰ ਵੋਟ ਪਾਈ ਅਤੇ ਉਹਨਾਂ ਦੇ ਨਹੀਂ ਆ। ਫਿਰ ਇਸ ਕਰਕੇ ਕੰਮ ਸਾਰਿਆਂ ਦੇ ਕਰਾਂਗੇ, ਚਾਹੇ ਉਹ ਸੋਨੀ ਸਾਹਿਬ ਦਾ ਹਲਕਾ ਹੋਵੇ, ਚਾਹੇ ਉਹ ਸੋਨੀ ਸਾਹਿਬ ਦੇ ਸਪੋਰਟਰ ਹੋਣ, ਚਾਹੇ ਕਿਸੇ ਦੇ ਵੀ ਹੋਣ। ਮਤਲਬ ਹਲਕਾ ਤਾਂ ਮਤਲਬ ਵੇਖੋ ਅਸੀਂ ਮਤਲਬ ਲੀਡਰ ਤਾਂ ਸਾਰਿਆਂ ਦੇ ਸਾਂਝੇ ਹੀ ਆ ਨਾ, ਅਤੇ ਅਸੀਂ ਸੇਵਾ ਸਾਰਿਆਂ ਦੀ ਕਰਾਂਗੇ। ਇਹ ਨਹੀਂ ਕਿ ਕਿਸੇ ਨੇ ਸਾਨੂੰ ਵੋਟ ਪਾਈ, ਮਤਲਬ ਜਿਹੜੀ ਬਦਲੇ ਦੀ ਰਾਜਨੀਤੀ ਉਹ ਖਤਮ ਹੋਣੀ ਚਾਹੀਦੀ। ਇਹ ਇਕੱਲੀ ਇੱਥੇ ਨਹੀਂ, ਹਰ ਜਗ੍ਹਾ ਖਤਮ ਹੋਣੀ ਚਾਹੀਦੀ। ਜੇ ਆਪਾਂ ਸਮਾਜ 'ਚ ਬਦਲਾਅ ਲਿਆਉਣਾ ਚਾਹੁੰਦੇ ਹਾਂ, ਸਾਨੂੰ ਇਵੇਂ ਦੇ ਲੀਡਰ ਚੁਣਨੇ ਚਾਹੀਦੇ ਕਿ ਜਿਨ੍ਹਾਂ ਦੇ ਮਨ 'ਚ ਬਦਲੇ ਦੀ ਭਾਵਨਾ ਨਾ ਹੋਵੇ, ਕਿ ਜਿਹੜੇ ਮਤਲਬ ਜਿੱਤਣ ਤੋਂ ਬਾਅਦ ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਣ। ਇਹ ਨਹੀਂ ਕਿ ਯਾਰ ਇਹਨੇ ਤਾਂ ਕਾਂਗਰਸ ਦਾ ਝੰਡਾ ਲਾਇਆ ਸੀ, ਇਹਨੇ BJP ਦਾ ਝੰਡਾ ਲਾਇਆ ਸੀ। ਇਹ ਚੀਜ਼ਾਂ ਮਤਲਬ ਵੇਖੋ ਇਹ ਤਾਂ ਇਹ ਸਾਡੀ ਆਪਣੀ ਹਿੰਮਤ ਹੈ, ਸਾਡੀ ਆਪਣੀ ਮਿਹਨਤ ਆ, ਅਸੀਂ ਲੋਕਾਂ ਦੇ ਦਿਲਾਂ 'ਚ ਕਿੰਨਾ ਕੁ ਵੜ ਸਕਦੇ ਹਾਂ। ਇਸ ਕਰਕੇ ਕਿਤੇ ਨਾ ਕਿਤੇ ਸਾਡੇ 'ਚ ਕਮੀ ਰਹੀ ਹੁੰਦੀ, ਅਸੀਂ ਉਹਨੂੰ ਕਿਸੇ 'ਤੇ ਗੁੱਸਾ ਕੱਢੀਏ, ਇਹ ਗਲਤ ਗੱਲ ਆ। ਸਾਡੇ ਕੰਮਾਂ 'ਚ ਕੋਈ ਫਰਕ ਹੋਊਗਾ। ਹੁਣ ਜਿਵੇਂ ਕਿ ਅਸੀਂ 1.5 ਲੱਖ ਦੇ ਕਰੀਬ ਵੋਟ ਆ ਸਾਰੇ ਹਲਕੇ ਦੇ ਵਿੱਚ, ਮੰਨ ਲਓ ਅਸੀਂ 1.5 ਲੱਖ ਬੰਦੇ ਨੂੰ ਨਹੀਂ ਮਿਲ ਸਕੇ, ਉਹ ਸਾਡੇ 'ਚ ਕਮੀ ਆ।
ਕਿਉਂਕਿ ਅਸੀਂ ਉਹਨਾਂ ਤੱਕ ਪਹੁੰਚਣਾ। ਉਹੀ ਗੁੱਸਾ ਉਹਨਾਂ 'ਤੇ ਕੱਢੀਏ ਕਿ ਯਾਰ ਤੂੰ ਮੈਨੂੰ ਵੋਟ ਨਹੀਂ ਪਾਈ, ਤੂੰ ਮੈਨੂੰ ਮਿਲਿਆ ਨਹੀਂ, ਉਹ ਫਿਰ ਗਲਤ ਗੱਲ ਆ ਨਾ। ਗਲਤੀ ਸਾਡੀ ਥੋਪੀ ਅਸੀਂ ਉਹਨਾਂ 'ਤੇ, ਤਾਂ ਗਲਤ ਆ ਨਾ। ਅਸੀਂ ਉਹਨਾਂ 'ਤੇ ਬਦਲਾ, ਆਪਣੇ ਮਨ 'ਚ ਬਦਲੇ ਦੀ ਭਾਵਨਾ ਰੱਖੀਏ। ਲਾਸਟ ਮੈਸੇਜ ਕੀ ਦਿੰਦਾ? ਲਾਸਟ ਮੈਸੇਜ ਬਸ ਇਹੀ ਆ ਕਿ ਜਿੱਥੇ ਜਿੱਥੇ ਵੀ ਕੋਈ ਇਲੈਕਸ਼ਨ ਲੜ ਰਿਹਾ, ਮੈਂ ਇਹੀ ਕਹਿੰਦਾ ਕਿ ਜਿੱਥੇ ਤੁਹਾਨੂੰ ਚੰਗਾ ਇਨਸਾਨ ਲੱਗਦਾ, ਵਧੀਆ ਇਨਸਾਨ ਆ, ਕਿ ਤੁਹਾਡੇ ਕੰਮ ਕਰਦਾ, ਵਿਚਰ ਰਿਹਾ, ਉਹਦੀ ਮਦਦ ਕਰੋ। ਜਿਹੜੇ ਲੋਕ ਬਹੁਤ ਜ਼ਿਆਦਾ ਵਾਰੀ ਵੀ ਜਿੱਤ ਚੁੱਕੇ ਹੁੰਦੇ ਆ, ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਹੰਕਾਰ ਜਿਹੜਾ ਪੈਦਾ, ਤੇ ਲੀਡਰ ਸਾਨੂੰ ਉਹੀ ਚਾਹੀਦਾ ਕਿ ਜਿਹੜਾ ਸਾਡੇ 'ਚ ਵਿਚਰੇ, ਸਾਨੂੰ ਮਿਲੇ। ਜਿਹੜੇ ਲੀਡਰ ਸਾਨੂੰ ਸਮਾਂ ਨਹੀਂ ਦੇ ਪਾਉਂਦੇ, ਜਾਂ ਉਹਨਾਂ ਦੇ ਮਨ 'ਚ ਇਹ ਹੋ ਜਾਂਦਾ ਕਿ ਮੈਂ ਬਹੁਤ ਵੱਡਾ ਸਟਾਰ ਬਣ ਗਿਆ, ਜਾਂ ਮੇਰੇ ਕਰਮਾਂ 'ਚ ਕਦੀ ਹਾਰ ਨਹੀਂ ਰਹੀ, ਮੈਂ ਹਮੇਸ਼ਾ ਜਿੱਤਦਾ ਹੀ ਆਇਆ, ਮੈਂ ਕਿਸੇ ਨੂੰ ਮਿਲਾਂ ਚਾਹੇ ਨਾ ਮਿਲਾਂ, ਉਹਨਾਂ ਨੂੰ ਜ਼ਰੂਰ ਸਬਕ ਸਿਖਾਉਣਾ ਚਾਹੀਦਾ ਸਾਰਿਆਂ ਨੂੰ, ਚਾਹੇ ਉਹ ਕੋਈ ਵੀ ਆ। ਕਿਸੇ, ਇਹ ਨਹੀਂ ਮੈਂ ਕਹਿੰਦਾ ਕਿਤੇ ਵੀ ਖੜਾ, ਉਹਨੂੰ ਹੀ ਮੌਕਾ ਦਿਓ ਜਿਹੜਾ ਤੁਹਾਡੇ 'ਚ ਵਿਚਰਦਾ, ਅਤੇ ਜਿਹਦੇ ਮਨ 'ਚ ਬਦਲੇ ਦੀ ਭਾਵਨਾ ਨਹੀਂ ਹੈ। ਜਿਹੜਾ ਮਤਲਬ ਜਿੱਤਣ ਤੋਂ ਬਾਅਦ ਜਿਹੜਾ ਤੁਹਾਡੇ 'ਤੇ ਤੁਹਾਨੂੰ ਵੋਟ ਨਹੀਂ ਪਾਈ, ਪਰਚੇ ਕਰਵਾ ਦਿਓ। ਇੱਦਾਂ ਦੇ ਲੀਡਰਾਂ ਨੂੰ, ਚਾਹੇ ਕੋਈ ਵੀ ਆ, ਚਾਹੇ ਉਹਦੇ ਨਾਲ ਦੇ ਆ, ਚਾਹੇ ਉਹਨਾਂ ਸਾਰਿਆਂ ਗੜੀ ਇਹੀ ਰਿਕੁਐਸਟ ਆ ਕਿ ਇਹ ਇਵੇਂ ਦੇ, ਮਤਲਬ ਵੇਖੋ ਜੀ, ਅੱਜ ਕਿਸੇ ਦੇ ਬੱਚੇ ਦਾ ਜਿਹੜਾ ਪਰਚਾ ਕਰਵਾ ਸਕਦਾ, ਕੱਲ੍ਹ ਨੂੰ ਜਿਹੜੇ ਉਹਨਾਂ ਦੇ ਨਾਲ ਆ, ਜੇ ਉਹ ਮਾੜਾ ਇੱਧਰ ਉੱਧਰ ਉਹਨਾਂ ਤੋਂ ਹੁੰਦੇ, ਉਹਨਾਂ ਦੇ ਪਰਚੇ ਹੋ ਸਕਦੇ। ਇਸ ਕਰਕੇ ਪਰਚਾ ਕਰਾਉਣਾ ਜਿਹੜਾ, ਇਹ ਕਿਸੇ ਲੀਡਰ ਦਾ, ਹਾਂ ਪ੍ਰਸ਼ਾਸਨ ਦਾ ਕੰਮ ਹੈ। ਜੇ ਕਿਸੇ ਦੀ ਗਲਤੀ ਹੈ ਤਾਂ ਉਹ ਪ੍ਰਸ਼ਾਸਨ ਜੋ ਕਰੇ, ਪਰ ਲੀਡਰ ਨੂੰ ਕਿਸੇ ਦੇ ਦਬਾਅ ਬਣਾ ਕੇ ਪਰਚਾ ਨਹੀਂ ਕਰਵਾਉਣਾ ਚਾਹੀਦਾ, ਕਿਉਂਕਿ ਅਸੀਂ ਆਪ ਇਸ ਚੀਜ਼ ਦੇ ਸ਼ਿਕਾਰ ਹੋਏ ਪਏ ਹਾਂ। ਇਸ ਕਰਕੇ ਮਤਲਬ ਕੀ ਕਹਿੰਦੇ ਦਾ, ਅੱਗ ਦਾ ਡਰਿਆ ਟਟਹਿਣੇ ਤੋਂ ਵੀ ਡਰਦਾ। ਅਸੀਂ ਇਸ ਕਰਕੇ ਇਹ ਚੀਜ਼ ਤੋਂ ਬਹੁਤ, ਕਿਉਂਕਿ ਜੇ ਅਸੀਂ ਕਿਸੇ ਨਾਲ ਕਰਾਂਗੇ, ਜੇ ਅੱਜ ਮੈਂ ਲੀਡਰਾਂ ਗਾੜੀ ਖੜਾ, ਫਿਰ ਮੇਰੇ ਗਾੜੀ ਵੀ ਕੋਈ ਖੜਾ ਹੋਊਗਾ ਐਵੇਂ। ਇਸ ਕਰਕੇ ਇਹ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਊਗਾ ਕਿ ਕਿਸੇ ਨਾਲ ਇਵੇਂ ਦੀ ਵਧੀਕੀ ਨਹੀਂ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ। ਥੈਂਕ ਯੂ। ਸੋ ਸੋਨੂੰ ਕੰਗਲਾ ਜੀ ਅੰਮ੍ਰਿਤਸਰ ਸੈਂਟਰ ਤੋਂ ਉਹਨਾਂ ਦੇ ਮਾਤਾ ਜੀ ਚੋਣ ਲੜ ਰਹੇ ਨੇ। ਇਕੱਲੀ ਗੱਲ ਇਹਨਾਂ ਨੇ ਦੱਸੀ, ਓਪੀ ਸੋਨੀ ਦੇ ਖਿਲਾਫ ਚੋਣ ਲੜ ਰਹੇ ਨੇ, ਤੇ ਆਪਣੇ ਵੋਟਰਾਂ ਨੂੰ ਵੀ ਇਹਨਾਂ ਨੇ ਸੁਨੇਹਾ ਦਿੱਤਾ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।